ਸਤਿ ਸ਼੍ਰੀ ਅਕਾਲ, ਸਵਾਗਤ ਹੈ ਗੌਰਵ ਸ਼ੁਕਲਾ। ਮੈਂ ਹਾਂ ਤੁਹਾਡੇ ਨਾਲ ਹਾਜ਼ਰ ਹਾਂ ਖਬਰਾਂ ਦਾ ਪ੍ਰਾਈਮ ਟਾਈਮ ਲੈ ਕੇ। ਪ੍ਰਾਈਮ ਟਾਈਮ ਦੇ ਵਿੱਚ ਅੱਜ ਗੱਲ ਤਕਰਾਰ ਦੀ। ਤਕਰਾਰ ਬਹੁਤ ਲੋਕਾਂ ਦੇ ਵਿਚਾਲੇ ਹੁੰਦੀ ਹੈ, ਧਿਰਾਂ ਦੇ ਵਿਚਾਲੇ ਹੁੰਦੀ ਹੈ, ਪਰ ਜਦੋਂ ਤਕਰਾਰ ਦੋ ਵੱਡੀਆਂ ਸ਼ਖਸੀਅਤਾਂ ਦੇ ਵਿਚਾਲੇ ਹੋਵੇ ਤਾਂ ਫਿਰ ਉਹ ਕਈ ਮਾਇਨਿਆਂ ਦੇ ਵਿੱਚ ਅਹਿਮ ਹੋ ਜਾਂਦੀ ਹੈ। ਇਸ ਤਕਰਾਰ ਦੇ ਵਿੱਚ ਇੱਕ ਪਾਸੇ ਨੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਤਾਂ ਦੂਜੇ ਪਾਸੇ ਨੇ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਤਕਰਾਰ ਹੋ ਰਹੀ ਹੈ ਅਲਟੀਮੇਟਮ ਦੇ ਮੁੱਦੇ ਉੱਤੇ। दरअसल अल्टीमेटम दिता गया सी 24 घंटियां दा कि जिहड़े बेदोशे काबू किए गए ने अमृतपाल दे ऑपरेशन के दौरान उन्हां नूं छड़ दिता जावे। इह जथेदार साहब दे वल्लों इकत्तरता तो बाद इह सुनेहा दिता गया। दूजे पासे सीएम ने पहला ट्वीट किया और ट्वीट करते हुए निशाने सीधे साधे गए। जथेदार साहब नूं इह कहा गया कि पहला भी वरतिया जांदा रहा यह अहुदा और बादल परिवार दे उत्ते निशाना साधिया जा रहा सी। सीएम दे ट्वीट दा आउण दा शायद इंतजार सी जथेदार नूं। कुछ ही मिनटां बाद जथेदार साहब दे वल्लों भी एक बयान जारी कर दिता गया पलटवार सीएम दे उत्ते। दरअसल जे दोवें ट्वीट ते दूजी पोस्ट नूं देखिया जावे जथेदार साहब और सीएम दे बयान नूं ते इस तकरार दा एक पॉइंट यह निकलदा है क्योंकि दोवें एक दूजे ते इल्जाम लगा रहे ने वरते जाण दा कि तुहानूं ना वरत लिया जावे। सीएम नूं कहा जा रहा है, जथेदार साहब नूं कहा जा रहा है कि ना वरत लिया जावे, इसका ध्यान रखो। खैर अज चर्चा इस दे उत्ते होवेगी कि आखिर तकरार क्यों है, कि बाकी तकरार इन्ने संवेदनशील मुद्दे उत्ते धर्म दा मुद्दा जदों हुंदा है बहुत संवेदनशील मुद्दा हुंदा है कि उस दे उत्ते इह बेलोड़ी तकरार है। ते पॉइंट यह भी है कि पंजाब दे ओह किहड़े नौजवान ने जिन्हां नूं छडवाउण दा जिक्र हो रहा है। जो जथेदार साहब कह रहे हैं कि जिन्हां ते NSA लग गया उन्हां नूं छड्ड दित्ता जावे या बाकी दे नौजवान, क्योंकि बाकी दे नौजवानों नूं छड्डिया जा रहा है। सरकार दे वल्लों या पुलिस दे वल्लों लगातार अंकड़े दिते जा रहे हैं। तो अज इस दे उत्ते भी चर्चा होएगी। तकरार तो बहुत तिखी नजर आ रही है। एक छोटी जी रिपोर्ट नाल शुरुआत करन जा रहे हैं, उस तो बाद चर्चा की शुरुआत होगी। और सरकार नूं असीं ये ताड़ना करते हैं 24 घंटिਆਂ ਦੇ ਅੰਦਰ ਅੰਦਰ ਸਾਡੇ ਮੁੰਡੇ ਛੱਡੇ। ਸੋਮਵਾਰ ਨੂੰ ਜਥੇਦਾਰ ਨੇ ਸਰਕਾਰ ਨੂੰ 24 ਘੰਟੇ ਦਾ ਅਲਟੀਮੇਟਮ ਦਿੱਤਾ। ਆਪਰੇਸ਼ਨ ਅਮਰਪਾਲ ਦੇ ਤਹਿਤ ਗ੍ਰਿਫਤਾਰ ਨੌਜਵਾਨਾਂ ਦੀ ਰਿਹਾਈ ਦੀ ਮੰਗ ਕੀਤੀ ਤਾਂ ਮੰਗਲਵਾਰ ਨੂੰ ਮੁੱਖ ਮੰਤਰੀ ਦਾ ਬਿਆਨ ਵੀ ਸਾਹਮਣੇ ਆ ਗਿਆ। ਸੀਐਮ ਮਾਨ ਨੇ ਜਥੇਦਾਰ ਤੇ ਤਿੱਖਾ ਨਿਸ਼ਾਨਾ ਸਾਧਿਆ ਤੇ ਸਿੱਧਾ ਬਾਦਲਾਂ ਦਾ ਪੱਖ ਪੂਰਨ ਦੇ ਇਲਜ਼ਾਮ ਲਗਾ ਦਿੱਤੇ। ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਕਰਦੇ ਲਿਖਿਆ ਕਿ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਜੀ, ਸਭ ਨੂੰ ਪਤਾ ਹੈ ਕਿ ਤੁਸੀਂ ਤੇ ਐਜੀਪੀਸੀ ਬਾਦਲਾਂ ਦਾ ਪੱਖ ਪੂਰਦੇ ਰਹੇ ਹੋ। ਇਤਿਹਾਸ ਦੇਖੋ, ਕਈ ਜਥੇਦਾਰਾਂ ਨੂੰ ਬਾਦਲਾਂ ਨੇ ਆਪਣੇ ਸਵਾਰਥ ਲਈ ਵਰਤਿਆ। ਚੰਗਾ ਹੁੰਦਾ ਜੇ ਤੁਸੀਂ ਅਲਟੀਮੇਟਮ ਬੇਅਦਬੀ ਅਤੇ ਗਾਇਬ ਹੋਏ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪਾਂ ਦੇ ਲਈ ਜਾਰੀ ਕਰਦੇ, ਨਾ ਕਿ ਹੱਸਦੇ ਵਸਦੇ ਲੋਕਾਂ ਨੂੰ ਭੜਕਾਉਣ ਦੇ ਲਈ। ਜਦੋਂ ਮੁੱਖ ਮੰਤਰੀ ਨੇ ਜਥੇਦਾਰ ਸਾਹਿਬ ਲਈ ਤਿੱਖੀ ਸ਼ਬਦਾਵਲੀ ਵਰਤੀ ਤਾਂ ਅੱਗੋਂ ਜਥੇਦਾਰ ਨੇ ਵੀ ਸੀਐਮ ਨੂੰ ਮੋੜਵਾਂ ਜਵਾਬ ਦਿੱਤਾ। ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਫੇਸਬੁੱਕ ਤੇ ਪਾਈ ਪੋਸਟ ਦੇ ਵਿੱਚ ਲਿਖਿਆ ਕਿ ਭਗਵੰਤ ਮਾਨ ਜੀ, ਜਿਵੇਂ ਤੁਸੀਂ ਪੰਜਾਬ ਦੀ ਨੁਮਾਇੰਦਗੀ ਕਰਦੇ ਹੋ ਉਸੇ ਤਰ੍ਹਾਂ ਮੈਂ ਵੀ ਆਪਣੀ ਕੌਮ ਦਾ ਨਿੱਕਾ ਜਿਹਾ ਨੁਮਾਇੰਦਾ ਹਾਂ। ਮੈਨੂੰ ਵੀ ਆਪਣੀ ਕੌਮ ਦੇ ਨਿਰਦੋਸ਼ ਨੌਜਵਾਨਾਂ ਦੇ ਹੱਕਾਂ ਦੀ ਗੱਲ ਕਰਨ ਦਾ ਅਧਿਕਾਰ ਹੈ ਤੇ ਮੇਰਾ ਫਰਜ਼ ਵੀ। ਤੁਸੀਂ ਠੀਕ ਕਿਹਾ, ਅਕਸਰ ਹੀ ਭੋਲੇ ਭਾਲੇ ਧਾਰਮਿਕ ਲੋਕਾਂ ਨੂੰ ਰਾਜਨੀਤਿਕ ਲੋਕ ਵਰਤ ਜਾਂਦੇ ਆ, ਪਰ ਮੈਂ ਇਸ ਪੱਖੋਂ ਪੂਰਾ ਸੁਚੇਤ ਹਾਂ। ਪਰ ਤੁਸੀਂ ਧਿਆਨ ਰੱਖੋ, ਆਪਣੀਆਂ ਸਿਆਸੀ ਰੋਟੀਆਂ ਸੇਕਣ ਦੇ ਲਈ, ਪੰਜਾਬ ਨੂੰ ਤੰਦੂਰ ਵਾਂਗ ਮਗਦਾ ਰੱਖਣ ਦੇ ਲਈ ਆਪ ਜੀ ਵਰਗੇ ਰਾਜਨੀਤਿਕ ਲੋਕਾਂ ਨੂੰ ਰਾਜਨੀਤਿਕ ਲੋਕ ਨਾ ਵਰਤੇ ਜਾਣ। ਰਾਜਨੀਤੀ ਦੇ ਲਈ ਸੰਵਾਦ ਬਾਅਦ ਦੇ ਵਿੱਚ ਕਰਾਂਗੇ। ਪਹਿਲਾਂ ਆਓ ਰਲ ਕੇ ਪੰਜਾਬ ਬਚਾਈਏ ਤੇ ਘਰ ਉਡੀਕ ਰਹੀਆਂ ਮਾਵਾਂ ਨੂੰ ਉਹਨਾਂ ਦੇ ਜੇਲ੍ਹੀ ਡੱਕੇ ਨਿਰਦੋਸ਼ ਪੁੱਤਰਾਂ ਦੇ ਨਾਲ ਮਿਲਾਈਏ ਤੇ ਅਸੀਸ ਲਈਏ। ਵਾਹਿਗੁਰੂ ਭਲੀ ਕਰੇ। ਆਪਰੇਸ਼ਨ ਅਮਰਪਾਲ ਦੇ ਵਿਚਾਲੇ ਸਰਕਾਰ ਵਰਸਸ ਜਥੇਦਾਰ ਵਾਲੀ ਤਸਵੀਰ ਸਾਫ਼ ਨਜ਼ਰ ਆ ਰਹੀ ਹੈ। ਇੱਕ ਪਾਸੇ ਜਥੇਦਾਰ ਦੇ ਵੱਲੋਂ ਗ੍ਰਿਫਤਾਰ ਨੌਜਵਾਨਾਂ ਦੀ ਰਿਹਾਈ ਦੀ ਮੰਗ ਕੀਤੀ ਜਾ ਰਹੀ ਹੈ ਤੇ ਦੂਜੇ ਪਾਸੇ ਸਰਕਾਰ ਦਾ ਤਰਕ ਹੈ ਕਿ ਬੇਕਸੂਰ ਨੌਜਵਾਨਾਂ ਨੂੰ ਰਿਹਾ ਕੀਤਾ ਜਾ ਰਿਹਾ ਹੈ। ਬਿਊਰੋ ਰਿਪੋਰਟ, ਨਿਊਜ਼ 18 ਪੰਜਾਬ। ਅੱਜ ਚਰਚਾ ਇਸ ਮੁੱਦੇ ਉੱਤੇ ਕਿਉਂਕਿ ਇੱਕ ਜ਼ਿਕਰ ਇਹ ਵੀ ਹੋ ਰਿਹਾ ਕਿ ਮਰਿਆਦਾ ਲੰਘੀ ਗਈ। ਜਥੇਦਾਰ ਸਾਹਿਬ ਨੂੰ ਲੈ ਕੇ ਇਸ ਤਰੀਕੇ ਦੀ ਸਟੇਟਮੈਂਟ ਦੇ ਉੱਤੇ ਅਕਾਲੀ ਦਲ ਐਸਜੀਪੀਸੀ ਬਹੁਤ ਤਿੱਖੇ ਪਲਟਵਾਰ ਵੀ ਕਰਦਾ ਹੋਇਆ ਨਜ਼ਰ ਆ ਰਿਹਾ ਹੈ ਕਿ ਵਾਕਈ ਮਰਿਆਦਾ ਲੰਘ ਦਿੱਤੀ ਗਈ। ਪਰ ਦੂਜੇ ਪਾਸੇ ਸਵਾਲ ਤਾਂ ਇਹ ਵੀ ਹੈ ਕਿ ਜਥੇਦਾਰ ਸਾਹਿਬ ਦਾ ਅਲਟੀਮੇਟਮ ਜਾਂ ਜੋ ਇਕੱਤਰਤਾ ਤੋਂ ਬਾਅਦ ਅਲਟੀਮੇਟਮ ਦਿੱਤਾ ਗਿਆ ਸੀ 24 ਘੰਟਿਆਂ ਦਾ,
ਕਿ ਉਹ ਕਾਨੂੰਨ ਦੇ ਕੰਮ ਦੇ ਵਿੱਚ ਅੜਿੱਕਾ ਸਮਝਿਆ ਜਾਵੇ। 24 ਘੰਟਿਆਂ ਦੇ ਵਿੱਚ ਕਿਵੇਂ ਪਤਾ ਲੱਗੇਗਾ ਕਿ ਕੌਣ ਦੋਸ਼ੀ ਹੈ ਤੇ ਕੌਣ ਬੇਦੋਸ਼ਾ ਹੈ? ਇਸ ਦੇ ਉੱਤੇ ਵੀ ਅੱਜ ਚਰਚਾ ਹੋਏਗੀ। ਮੈਂ ਸ਼ੁਰੂਆਤ ਕਰਦਾ ਸਭ ਤੋਂ ਪਹਿਲਾਂ ਤੁਹਾਡਾ ਤਾਰਫ ਕਰਵਾਵਾਂਗਾ ਅੱਜ ਦੇ ਮਹਿਮਾਨਾਂ ਦੇ ਨਾਲ ਜੋ ਚਰਚਾ ਦੇ ਵਿੱਚ ਸਾਡੇ ਨਾਲ ਸ਼ਾਮਲ ਹੋ ਰਹੇ ਨੇ। ਸਾਡੇ ਨਾਲ ਜਗਤਾਰ ਸਿੰਘ ਸੰਘੇੜਾ ਜੀ ਜੁੜ ਰਹੇ ਨੇ, ਆਮ ਆਦਮੀ ਪਾਰਟੀ ਨੂੰ ਰਿਪਰੈਜ਼ੈਂਟ ਕਰਨਗੇ। ਸੰਘੇੜਾ ਸਾਹਿਬ ਬਹੁਤ ਬਹੁਤ ਸਵਾਗਤ ਹੈ। ਸਾਡੇ ਨਾਲ ਸੁਖਦੇਵ ਸਿੰਘ ਜੀ ਜੁੜ ਰਹੇ ਨੇ, ਰਿਪਰੈਜ਼ੈਂਟ ਕਰਨਗੇ ਕਾਂਗਰਸ ਪਾਰਟੀ ਨੂੰ। ਦਿਆਲ ਸਿੰਘ ਸੋਢੀ ਜੀ ਸਾਡੇ ਨਾਲ ਜੁੜ ਰਹੇ ਨੇ, ਬੀਜੇਪੀ ਨੂੰ ਰਿਪਰੈਜ਼ੈਂਟ ਕਰਨਗੇ। ਔਰ ਵਿਰਸਾ ਸਿੰਘ ਵਲਟੋਹਾ ਜੀ ਸਾਡੇ ਨਾਲ ਜੁੜ ਰਹੇ ਨੇ, ਸ਼੍ਰੋਮਣੀ ਅਕਾਲੀ ਦਲ ਨੂੰ ਰਿਪਰੈਜ਼ੈਂਟ ਕਰਨਗੇ। ਸਾਰੇ ਮਹਿਮਾਨਾਂ ਦਾ ਬਹੁਤ ਬਹੁਤ ਸਵਾਗਤ ਹੈ। ਮੈਂ ਸ਼ੁਰੂਆਤ ਕਰਦਾ ਸੰਘੇੜਾ ਸਾਹਿਬ ਤੁਹਾਡੇ ਤੋਂ, ਕਿਉਂਕਿ ਸੀਐਮ ਦਾ ਇੱਕ ਬਿਆਨ ਸਾਹਮਣੇ ਆਇਆ, ਉਸ ਦੇ ਉੱਤੇ ਜਥੇਦਾਰ ਸਾਹਿਬ ਨੇ ਪਲਟਵਾਰ ਕਰ ਦਿੱਤਾ। ਗੱਲ ਇੱਥੇ ਵਰਤਣ ਵਾਲੀ ਹੋ ਰਹੀ ਹੈ ਕਿ ਵਰਤੇ ਨਾ ਜਾਇਓ, ਇਹ ਧਿਆਨ ਰੱਖਿਓ। ਜਥੇਦਾਰ ਸਾਹਿਬ ਨੂੰ ਸੀਐਮ ਕਹਿ ਰਹੇ ਨੇ ਤੇ ਸੀਐਮ ਸਾਹਿਬ ਜਥੇਦਾਰ ਸਾਹਿਬ ਨੂੰ ਕਹਿ ਰਹੇ ਨੇ, ਇਹ ਸਭ ਕੁਝ ਹੋ ਰਿਹਾ ਹੈ। ਪੁਆਇੰਟ ਨੰਬਰ 1, ਪਹਿਲੀ ਗੱਲ ਕਿ ਇਹ ਬੇਲੋੜੀ ਤਕਰਾਰ ਤੁਸੀਂ ਮੰਨਦੇ ਹੋ ਕਿ ਨਹੀਂ ਮੰਨਦੇ ਹੋ, ਜਾਂ ਤੁਹਾਨੂੰ 24 ਘੰਟਿਆਂ ਦੇ ਅਲਟੀਮੇਟਮ ਦੇ ਉੱਤੇ ਬਹੁਤ ਕਰੜਾ ਇਤਰਾਜ਼ ਸੀ? ਜੇਕਰ ਸੀ ਤਾਂ ਕਿਉਂ? ਤੁਹਾਨੂੰ ਲੱਗਦਾ ਹੈ ਕਿ ਜਥੇਦਾਰ ਸਾਹਿਬ ਨੂੰ ਲੈ ਕੇ ਸਿੱਧੇ ਤੌਰ ਤੇ ਇਸ ਤਰੀਕੇ ਦੀ ਸਟੇਟਮੈਂਟ, ਔਰ ਪੁਆਇੰਟ ਇਸ ਦੇ ਵਿੱਚ ਹੀ ਮੈਂ ਐਡ ਕਰ ਦਵਾਂ ਸਵਾਲ ਦੇ ਨਾਲ ਕਿ ਗੱਲ ਅੰਮ੍ਰਿਤਪਾਲ ਤੇ ਅੰਮ੍ਰਿਤਪਾਲ ਦੇ ਆਪਰੇਸ਼ਨ ਦੇ ਦੌਰਾਨ ਫੜੇ ਗਏ ਮੁਲਜ਼ਮਾਂ ਦੀ ਹੈ ਜਾਂ ਜਿਹੜੇ ਨੌਜਵਾਨ ਹੈ ਉਹਨਾਂ ਦੀ ਹੈ? ਤੇ ਜ਼ਿਕਰ ਤੁਸੀਂ ਇੱਥੇ ਬਾਦਲ ਪਰਿਵਾਰ ਦਾ ਕਿਉਂ ਕਰ ਰਹੇ ਹੋ ਐਸਜੀਪੀਸੀ ਦਾ ਜਥੇਦਾਰ ਸਾਹਿਬ ਨੂੰ ਸੰਬੋਧਨ ਕਰਦੇ ਹੋ? ਗੌਰਵ ਜੀ, ਤਕਰਾਰ ਨਹੀਂ ਹੋਣਾ ਚਾਹੀਦਾ। ਮੰਦਭਾਗੀ ਗੱਲ ਇਹ ਹੈ, ਪਰ ਇਹ ਬੇਲੋੜਾ ਨਹੀਂ ਹੈਗਾ। ਜਵਾਬ ਦੇਣਾ ਜ਼ਰੂਰੀ ਸੀਗਾ। ਤੁਸੀਂ ਘਟਨਾਕ੍ਰਮ ਦੇਖੋ ਨਾ, ਆਮ ਆਦਮੀ ਪਾਰਟੀ ਦੀ ਸਰਕਾਰ ਹੈ, ਲੋਕਾਂ ਦੀ ਸਰਕਾਰ ਹੈ ਪੰਜਾਬ ਦੇ ਵਿੱਚ। ਜਦੋਂ ਸਭ ਹੱਦਾਂ ਬੰਨੇ ਟੱਪ ਕੇ ਅੰਮ੍ਰਿਤਪਾਲ ਸਿੰਘ ਜੀ ਥਾਣੇ ਤੇ ਹਮਲਾ ਕੀਤਾ, ਗੁਰੂ ਗ੍ਰੰਥ ਸਾਹਿਬ ਦੀ ਵੋਟ ਲੈ ਕੇ ਹਮਲਾ ਕੀਤਾ, ਤਾਂ ਜਥੇਦਾਰ ਸਾਹਿਬ ਨੇ ਵੀ ਕਮੇਟੀ ਬਣਾਈ। ਪੀਰ ਮੁਹੰਮਦ ਸਾਹਿਬ ਉਹਦੇ ਮੁਖੀ ਸੀਗੇ, ਉਹਨਾਂ ਨੇ ਰਿਪੋਰਟ ਦੇ ਦਿੱਤੀ। ਉਸ ਤੋਂ ਬਾਅਦ ਉਹਦੇ ਬਾਰੇ ਕੋਈ ਗੱਲ ਨਹੀਂ। ਸ਼੍ਰੋਮਣੀ ਅਕਾਲੀ ਦਲ ਨੇ ਵੀ ਤੇ ਬਾਕੀ ਵੀ ਸਾਰੀਆਂ ਪਾਰਟੀਆਂ ਨੇ ਬੜਾ ਬਾਰ-ਬਾਰ ਇਸ ਗੱਲ ਨੂੰ ਕਿਹਾ ਕਿ ਕਿਉਂ ਨਹੀਂ ਕਾਰਵਾਈ ਕਰ ਰਹੇ ਉਹਨਾਂ ਤੇ। ਮਜੀਠੀਆ ਸਾਹਿਬ ਨੇ ਪ੍ਰੈਸ ਕਾਨਫਰੰਸਾਂ ਤੱਕ ਕੀਤੀਆਂ ਤੇ ਜਦੋਂ ਕਾਰਵਾਈ ਕੀਤੀ ਉਦੋਂ ਵੀ ਕਿਹਾ ਸੀਗਾ, ਭਗਵੰਤ ਸਾਹਿਬ ਨੇ, ਮੁੱਖ ਮੰਤਰੀ ਸਾਹਿਬ ਨੇ ਵੀ ਕਿਹਾ ਸੀ, ਡੀਜੀਪੀ ਸਾਹਿਬ ਨੇ ਵੀ ਕਿਹਾ ਵੀ ਕਾਰਵਾਈ ਅਵੱਛੇ ਹੋਏਗੀ। ਜਦੋਂ ਕਾਰਵਾਈ ਕੀਤੀ, ਪਲਾਨਿੰਗ ਕੀਤੀ, ਸਾਰਾ ਕੁਝ ਕੀਤਾ ਔਰ ਕਿਸੇ ਬੜੇ ਸਾਰੀ ਸਥਿਤੀ ਨੂੰ ਕੰਟਰੋਲ 'ਚ ਰੱਖਿਆ। ਕਿਸੇ ਦੇ ਇੱਕ ਡਾਂਗ ਤੱਕ ਮਾਰੀ ਗਈ ਤੇ ਸਾਰੀ ਸਥਿਤੀ ਨੂੰ ਕੰਟਰੋਲ ਕਰ ਲਿਆ। ਤੇ ਉਸ ਤੋਂ ਬਾਅਦ ਜਥੇਦਾਰ ਸਾਹਿਬ ਕਹਿਣ ਲੱਗ ਗਏ ਕਿ ਸਾਰਿਆਂ ਨੂੰ ਹੀ ਰਿਹਾ ਕਰੋ, ਜਦੋਂ ਕਿ ਛੋਟੇ ਦੋਸ਼ਾਂ ਵਾਲੇ ਬੱਚੇ ਜਾਂ ਜਿਨ੍ਹਾਂ 'ਚ ਕੋਈ ਗੰਭੀਰ ਦੋਸ਼ ਨਹੀਂ, ਕਿਉਂਕਿ ਉਹਨਾਂ ਛੱਡਣ ਦੀ ਪ੍ਰਕਿਰਿਆ ਪਹਿਲਾਂ ਹੀ ਸ਼ੁਰੂ ਹੋ ਚੁੱਕੀ ਸੀ। ਔਰ ਜ਼ਿਆਦਾ ਤੌਰ ਤੇ ਜਥੇਦਾਰ ਸਾਹਿਬ ਨੇ, ਪਹਿਲੀ ਗੱਲ ਤਾਂ ਮੈਂ ਹੁਣ ਬਹੁਤਾ ਲੰਬਾ ਨਹੀਂ ਇਹਦੇ ਜਾਣਾ ਚਾਹੁੰਦਾ, ਜੋ ਅਕਾਲ ਤਖਤ ਸਾਹਿਬ ਤੇ ਤੁਸੀਂ ਸਾਥਿਆ ਸਾਰੇ ਲੋਕਾਂ ਨੂੰ ਸੱਤਾ ਦਿਓ ਨਾ। ਅਕਾਲ ਤਖਤ ਕੋਈ ਕੁਝ ਜਥੇਬੰਦੀਆਂ ਦਾ ਹੱਕ ਥੋੜੀ ਹੈ, ਸਾਰਿਆਂ ਨੂੰ ਸੱਤਾ ਦਿਓ। ਸਿਆਸੀ ਜਮਾਤਾਂ ਨੂੰ ਤਾਂ ਵੱਖਰਾ ਰੱਖਿਆ ਨਾ, ਸਿਆਸੀ ਜਮਾਤਾਂ ਕਹਿੰਦੇ ਕੋਈ ਨਹੀਂ ਸੀ ਉੱਥੇ। ਇਹਨਾਂ ਪੁਲਿਸ ਕਰਮੀਆਂ ਦੇ ਸਿਰ ਪਾੜੇ ਗਏ। ਸੰਘੇੜਾ ਸਾਹਿਬ, ਮੈਂ ਤੁਹਾਡੇ ਕੋਲ ਵਾਪਸ ਆਉਣਾ, ਥੋੜੀ ਤੁਹਾਡੀ ਆਵਾਜ਼ ਲੱਗ ਰਹੀ ਹੈ ਕਿ ਜਿਵੇਂ ਡਿਸਟਰਬੈਂਸ ਹੈ ਵਿੱਚ। ਇੰਡਾਇਰੈਕਟਲੀ ਇਹ ਐਸਜੀਪੀਸੀ ਤੇ ਸ਼੍ਰੋਮਣੀ ਅਕਾਲੀ ਦਲ ਦੇ ਹੱਕ 'ਚ। ਠੀਕ ਹੈ ਸੰਘੇੜਾ ਸਾਹਿਬ, ਮੈਂ ਤੁਹਾਡੇ ਕੋਲ ਵਾਪਸ ਆਉਣਾ। ਤੁਹਾਡੀ ਅੱਜ ਆਵਾਜ਼ ਥੋੜੀ ਜਿਹੀ ਬ੍ਰੇਕ ਹੋ ਰਹੀ ਹੈ ਆਵਾਜ਼, ਇਸ ਕਰਕੇ ਬਹੁਤ ਕਲੀਅਰ ਦਰਸ਼ਕਾਂ ਤੱਕ ਨਹੀਂ ਪਹੁੰਚ ਪਾ ਰਹੀ ਹੋਵੇਗੀ। ਮੈਂ ਆਪਣੀ ਟੀਮ ਨੂੰ ਕਹਾਂਗਾ ਕਿ ਇੱਕ ਵਾਰੀ ਜ਼ਰੂਰ ਚੈੱਕ ਕੀਤਾ ਜਾਵੇ ਤਾਂ ਕਿ ਸੰਘੇੜਾ ਸਾਹਿਬ ਦੀ ਗੱਲ ਲੋਕਾਂ ਤੱਕ ਸਹੀ ਤਰੀਕੇ ਨਾਲ ਪਹੁੰਚ ਸਕੇ। ਮੈਂ ਸੰਘੇੜਾ ਸਾਹਿਬ ਮੈਂ ਤੁਹਾਡੇ ਕੋਲ ਵਾਪਸ ਆਉਣਾ, ਪਰ ਇਸ ਸਭ ਦੇ ਵਿਚਾਲੇ ਸੁਖਬੀਰ ਸਿੰਘ ਬਾਦਲ ਉਹਨਾਂ ਦੀ ਇੱਕ ਸਟੇਟਮੈਂਟ ਆਈ ਹੈ, ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ। ਪਹਿਲਾਂ ਅਸੀਂ ਉਸ ਦਾ ਜ਼ਿਕਰ ਕਰ ਲਈਏ, ਉਸ ਤੋਂ ਬਾਅਦ ਮੈਂ ਦੁਬਾਰਾ ਡਿਬੇਟ ਦੇ ਉੱਤੇ ਆਵਾਂਗਾ। ਸੁਖਬੀਰ ਸਿੰਘ ਬਾਦਲ ਮੁੱਖ ਮੰਤਰੀ ਭਗਵੰਤ ਮਾਨ ਦੇ ਉੱਤੇ ਪਲਟਵਾਰ ਜਾਂ ਕਹੀਏ ਕਿ ਤਿੱਖਾ ਵਾਰ ਕਰਦੇ ਹੋਏ ਨਜ਼ਰ ਆ ਰਹੇ ਨੇ। ਉਹਨਾਂ ਨੇ ਕਿਹਾ ਕਿ ਜਥੇਦਾਰ ਤੋਂ ਬਿਨਾਂ ਸ਼ਰਤ ਮਾਫੀ ਮੰਗਣ ਮੁੱਖ ਮੰਤਰੀ, ਤੇ ਉਹਨਾਂ ਨੇ ਕਿਹਾ ਕਿ ਹਾਲੇ ਵੀ ਵਕਤ ਹੈ, ਗਲਤੀ ਲਈ ਮਾਫੀ ਸੀਐਮ ਨੂੰ ਮੰਗ ਲੈਣੀ ਚਾਹੀਦੀ ਹੈ। ਇੱਕ ਕਠਪੁਤਲੀ ਸੀਐਮ ਅਕਾਲ ਤਖਤ ਦੇ ਨਾਲ ਮੱਥਾ ਲਗਾ ਰਿਹਾ ਹੈ। ਸੀਐਮ ਸਰਕਾਰੀ ਤਾਕਤ ਦੇ ਨਸ਼ੇ ਦੇ ਵਿੱਚ ਨਾ ਹੋਇਆ ਹੈ, ਇਹ ਵੀ ਸੁਖਬੀਰ ਬਾਦਲ ਦੇ ਵੱਲੋਂ ਕਿਹਾ ਗਿਆ। ਬਹੁਤ ਤਲਖ ਟਿੱਪਣੀਆਂ ਇੱਕ ਤਰੀਕੇ ਨਾਲ ਕੀਤੀਆਂ ਜਾ ਰਹੀਆਂ ਨੇ। ਦਿੱਲੀ ਬੈਠੀ ਲੌਬੀ ਦੀ ਚੁੱਕ ਦੇ ਵਿੱਚ ਆਇਆ ਸੀਐਮ। ਇਹ ਸੁਖਬੀਰ ਸਿੰਘ ਬਾਦਲ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ, ਬਹੁਤ ਤਿੱਖਾ ਸ਼ਬਦੀ ਤੁਸੀਂ ਕਹਿ ਸਕਦੇ ਹੋ ਕਿ ਹਮਲਾ ਕਰਦੇ ਹੋਏ ਨਜ਼ਰ ਆ ਰਹੇ ਨੇ ਔਰ ਮਾਫੀ ਦੀ ਮੰਗ ਕੀਤੀ ਜਾ ਰਹੀ ਹੈ ਕਿ ਜਿਵੇਂ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਲੈ ਕੇ ਸਟੇਟਮੈਂਟ ਦਿੱਤੀ ਗਈ ਸੀਐਮ ਦੇ ਵੱਲੋਂ, ਤਾਂ ਉਸ ਦੇ ਲਈ ਮੁੱਖ ਮੰਤਰੀ ਭਗਵੰਤ ਮਾਨ ਮਾਫੀ ਮੰਗਣ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਇਹ ਮੰਗ ਕਰ ਰਹੇ ਨੇ। ठीक है, एक बार फिर तो मेहमानों का रुख करते हैं। संघेड़ा साहब, एक बहुत छोटी स्टेटमेंट, सीएम माफी मंगण ਇਹ ਸੁਖਬੀਰ ਬਾਦਲ ਕਹਿ ਰਹੇ ਨੇ। ਨਹੀਂ ਦੇਖੋ, ਕੋਈ ਅਕਾਲ ਤਖਤ ਸਾਹਿਬ ਦੇ ਸਤਿਕਾਰ ਦੇ ਅਗੇਂਸਟ ਥੋੜੀ ਕੋਈ ਗੱਲ ਕੀਤੀ ਹੈ। ਇਹ ਤਾਂ ਸੁਖਬੀਰ ਬਾਦਲ ਸਾਹਿਬ ਸਿਆਸਤ ਕਰਨ ਲੱਗ ਗਏ ਆ। ਇਸੇ ਗੱਲ ਨੂੰ ਅਸੀਂ ਕਹਿ ਰਹੇ ਹਾਂ
ਕਿ ਇਸ ਗੱਲ ਤੇ ਸਿਆਸਤ ਨਹੀਂ ਕਰਨੀ ਚਾਹੀਦੀ। ਬੜੀ ਰੀਜ਼ਨੇਬਲ ਗੱਲ ਕੀਤੀ ਹੈ ਕਿ ਜਦੋਂ ਪੰਜਾਬ ਦੇ ਵਿੱਚ ਬੱਚਿਆਂ ਨੂੰ ਉਕਸਾਇਆ ਜਾ ਰਿਹਾ ਸੀ ਕਿ ਸਿਰ ਦੇਣ ਲਈ ਤਿਆਰ ਹੋ, ਸਾਨੂੰ ਸਿਰ ਦੇਣੇ ਪੈਣੇ ਆ, ਉਦੋਂ ਜਥੇਦਾਰ ਸਾਹਿਬ ਨੂੰ ਉਦੋਂ ਕਹਿਣਾ ਚਾਹੀਦਾ ਸੀਗਾ। ਜਿਹੜਾ ਹੁਣ ਜਥੇਦਾਰ ਸਾਹਿਬ ਨੇ ਕਿਹਾ, ਅਸੀਂ ਨਹੀਂ ਉਹਦੀ ਨਿੰਦਿਆ ਕਰਦੇ। ਜਿਹੜਾ ਜਥੇਦਾਰ ਸਾਹਿਬ ਨੇ ਕਿਹਾ ਵੀ ਮੈਨੂੰ ਬੱਚਿਆਂ ਦਾ ਫਿਕਰ ਹੈ, ਮਾਵਾਂ ਦਾ ਫਿਕਰ ਹੈ, ਮੈਂ ਤਾਂ ਇਹ ਕਹਿੰਦਾ ਹੁਣ ਤਾਂ ਬੱਚਿਆਂ ਨੂੰ ਛੱਡਿਆ ਜਾ ਰਿਹਾ। ਉਹ ਉਸ ਘਟਨਾਕ੍ਰਮ ਵੱਲ ਵਧਣ ਤੋਂ ਰੋਕ ਦਿੱਤਾ ਆ। ਜਥੇਦਾਰ ਸਾਹਿਬ ਨੇ ਉਦੋਂ ਕਿਉਂ ਕਾਰਵਾਈ ਕੀਤੀ? ਤਾਂ ਜਥੇਦਾਰ ਸਾਹਿਬ ਨੂੰ ਸ਼੍ਰੋਮਣੀ ਅਕਾਲੀ ਦਲ ਜਾਂ HEPC ਦੇ ਮਤਲਬ ਹਮਾਇਤ ਕਰਨ ਦੇ ਹਿਸਾਬ ਨਾਲ ਨਹੀਂ ਕਰਨੇ ਚਾਹੀਦੇ। ਸਾਡੇ ਵੀ ਜਥੇਦਾਰ ਨੇ, ਪੂਰਾ ਸਤਿਕਾਰ ਕਰਦੇ ਹਾਂ ਅਸੀਂ। ਸੋ ਵਿੱਚ ਮਾਫੀ ਦੀ ਕਿਹੜੀ ਗੱਲ ਹੋਈ? ਵੀਰ ਬਾਦਲ ਸਾਹਿਬ ਦੀ ਤਾਂ ਗੱਲ ਹੈ ਸਾਰੀ। ਮਾਫੀ ਨਹੀਂ ਕਹਿ ਰਹੇ ਹੋ, ਕਹਿੰਦੇ ਮਾਫੀ ਮੰਗੋ ਜਿਵੇਂ ਤੁਸੀਂ ਜਥੇਦਾਰ ਸਾਹਿਬ ਨਾਲ ਮੱਤਾ ਲਗਾ ਰਹੇ ਹੋ। ਇਹਨਾਂ ਨੇ ਪਹਿਲਾਂ ਮਾਫੀਨਾਮੇ ਸੌਦਾ ਸਾਧ ਨੂੰ ਮਾਫੀ ਮੁਕਾਈ, ਅਕਾਲ ਤਖਤ ਦੀ ਦੁਰਵਰਤੋਂ ਕਰਦੇ ਰਹੇ ਇਹ। ਈਵਨ PCO ਤੋਂ ਜਿਹੜੇ ਹੁਕਮਨਾਮੇ ਜਾਰੀ ਕੀਤੇ ਜਾਂਦੇ ਰਹੇ, ਜੋ ਵੱਡੇ ਬਾਦਲ ਸਾਹਿਬ ਪ੍ਰਧਾਨ ਸੀਗੇ ਸ਼੍ਰੋਮਣੀ ਅਕਾਲੀ ਦਲ ਦੇ। ਸੋ ਇਹਨਾਂ ਗੱਲਾਂ ਦੇ ਇਹ ਤਾਂ ਸਿੱਖ ਸੰਗਤ ਦੇ ਸਾਹਿਬ ਕਰ ਰਿਹਾ ਇਸ ਗੱਲ। ਠੀਕ ਹੈ, ਤੁਸੀਂ ਕਹਿ ਰਹੇ ਹੋ ਕਿ ਜਥੇਦਾਰ ਸਾਹਿਬ ਦੀ ਸ਼ਾਨ ਦੇ ਖਿਲਾਫ ਕੋਈ ਮਰਿਆਦਾ ਨਹੀਂ ਟੱਪੀ ਗਈ, ਉਹਨਾਂ ਦੇ ਵੱਲੋਂ ਇੱਕ ਟਿੱਪਣੀ ਕੀਤੀ ਗਈ ਹੈ। ਮੈਂ ਰੁਕ ਕਰਦਾ ਵਿਰਸਾ ਸਿੰਘ ਵਲਟੋਹਾ ਜੀ ਸਾਡੇ ਨਾਲ। ਹਾਂ, ਉਹਨਾਂ ਦੇ ਸਤਿਕਾਰ ਦੇ ਖਿਲਾਫ ਕੁਝ ਨਹੀਂ ਹੈ, ਤੁਸੀਂ ਇਹੀ ਕਹਿ ਰਹੇ ਹੋ। ਠੀਕ ਹੈ, ਵਲਟੋਹਾ ਸਾਹਿਬ ਦਾ ਰੁਕ ਕਰਦੇ ਹਾਂ। ਵਲਟੋਹਾ ਸਾਹਿਬ, ਇੱਕ ਪਾਸੇ ਤੁਹਾਡੇ ਪਾਰਟੀ ਪ੍ਰਧਾਨ ਇਹ ਕਹਿ ਰਹੇ ਨੇ ਕਿ ਮਾਫੀ ਮੰਗੀ ਜਾਵੇ ਤੇ ਆਮ ਆਦਮੀ ਪਾਰਟੀ ਕਹਿ ਰਹੀ ਹੈ ਕਿ ਕਿਹੜੀ ਗੱਲ ਦੀ। ਤੇ ਪੁਆਇੰਟ ਨੰਬਰ 2, ਤੁਹਾਨੂੰ ਇਤਰਾਜ਼ ਇਸੇ ਗੱਲ ਦਾ ਹੈ ਕਿ ਟਵੀਟ ਦੇ ਵਿੱਚ ਉਹਨਾਂ ਨੇ ਜ਼ਿਕਰ ਕਰ ਦਿੱਤਾ ਔਰ ਜ਼ਿਕਰ ਬਾਦਲ ਪਰਿਵਾਰ ਦਾ ਕਰ ਦਿੱਤਾ, ਇਸ ਕਰਕੇ ਜ਼ਿਆਦਾ ਇਤਰਾਜ਼ ਹੈ? ਗੌਰਵ ਜੀ ਦੇਖੋ, ਬਾਦਲ ਤੇ ਰੋਜ਼ ਹੀ ਕੂਕਦੇ, ਮੇਰਾ ਖਿਆਲ ਲੰਬੇ ਸਮੇਂ ਤੋਂ 8-9 ਸਾਲ ਤੋਂ ਹੀ ਕੂਕਦੇ, ਕੂਕੀ ਜਾਣ, ਸਾਨੂੰ ਉਹਦੇ ਨਾਲ ਕੋਈ ਲੈਣ ਦੇਣ ਨਹੀਂ। ਪਰ ਜਿੱਥੇ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਦਾ ਸਵਾਲ ਹੋਊ, ਉਹਨਾਂ ਦੀ ਸ਼ਖਸੀਅਤ ਦਾ ਸਵਾਲ ਹੋਊ, ਸ਼੍ਰੀ ਅਕਾਲ ਤਖਤ ਸਾਹਿਬ ਵਰਗੀ ਸਰਵਉੱਚ ਸੰਸਥਾ ਦਾ ਸਵਾਲ ਹੋਊ, ਸਿੱਖਾਂ ਦੀ ਸਿਰਮੌਰ ਸੰਸਥਾ ਦੀ ਗੱਲ ਹੋਊਗੀ, ਤੇ ਜੇ ਉੱਥੇ ਕੋਈ ਤਾਕਤ ਦੇ ਨਸ਼ੇ ਦੇ ਵਿੱਚ ਆ ਕੇ ਤੇ ਮਰਿਆਦਾ ਨੂੰ ਭੁੱਲ ਕੇ ਗੱਲ ਕਰੂਗਾ ਤਾਂ ਅਕਾਲੀ ਦਲ ਉਹਦੇ ਉੱਤੇ ਆਪਣਾ ਪ੍ਰਤੀਕਰਮ ਦਊਗਾ ਹੀ ਦਊਗਾ। ਅਸੀਂ ਤੇ ਕੀ ਦੇਣਾ ਸੀ? ਜਥੇਦਾਰ ਸਾਹਿਬ ਹੋਰਾਂ ਦਾ ਖੁਦ ਦਾ ਹੀ ਪਹਿਲੂ ਆ ਗਿਆ। ਹੁਣ ਮੈਂ ਸੰਘੇੜਾ ਸਾਹਿਬ ਵੀ ਸਿੱਖ ਨੇ, ਤੇ ਮੇਰਾ ਖਿਆਲ ਹੈ ਕਿ ਤੁਸੀਂ ਵੀ ਗੌਰਵ ਜੀ ਬੜੀ ਚੰਗੀ ਤਰ੍ਹਾਂ ਸਿੱਖ ਮਰਿਆਦਾ ਨੂੰ, ਸਿੱਖ ਇਤਿਹਾਸ ਨੂੰ ਸਮਝਦੇ, ਤੇ ਜਿੰਨੇ ਬਾਕੀ ਬੈਠੇ ਹੋ ਸਾਰੇ ਸਿੱਖ ਹੈ। ਜਥੇਦਾਰ ਸਾਹਿਬ ਹੋਰਾਂ ਨੂੰ ਟਵੀਟ ਕਰਦੇ ਨੇ ਪੰਜਾਬ ਦੇ ਮੁੱਖ ਮੰਤਰੀ, ਤੇ ਲਿਖਦੇ ਕੀ ਹੈ? ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਜੀ, ਕੋਈ ਸਤਿਕਾਰਯੋਗ ਨਹੀਂ, ਕੁਛ ਨਹੀਂ। ਔਰ ਜਿਸ ਤਰੀਕੇ ਨਾਲ ਸੰਬੋਧਨ ਕਰਦੇ ਆ, ਜਿਸ ਤਰ੍ਹਾਂ ਦੀ ਸ਼ਬਦਾਂ ਦੀ ਵਰਤੋਂ ਕਰਦੇ ਆ, ਤੁਸੀਂ ਦੱਸ ਦਿਓ ਕਿ ਉਹਦੇ ਤੋਂ ਤਾਕਤ ਦੇ, ਨਸ਼ੇ ਦੇ, ਹੰਕਾਰ ਦੀ ਬੋ ਨਹੀਂ ਆਉਂਦੀ। ਔਰ ਮੈਂ ਬੇਨਤੀ ਕਰਾਂ ਕਿ ਜਥੇਦਾਰ ਸਾਹਿਬ ਹੋਰਾਂ ਨੇ ਜੋ ਕੱਲ ਐਲਾਨ ਕੀਤੇ, ਜਾਂ ਸ਼੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਜੋ ਉਹਨਾਂ ਨੇ ਬੋਲਿਆ, ਉਹ ਜਿਹੜੀਆਂ ਕੌਮ ਦੀਆਂ ਨੁਮਾਇੰਦਾ ਜਥੇਬੰਦੀਆਂ ਨੇ, ਨੁਮਾਇੰਦਾ ਜਥੇਦਾਰ ਨੇ, ਔਰ ਜਿਹਦੇ ਵਿੱਚ ਬੁੱਧੀਜੀਵੀ, ਪੱਤਰਕਾਰ, ਵਕੀਲ, ਦੇਸ਼ ਵਿਦੇਸ਼ ਤੋਂ ਜਿਹੜੇ ਨੁਮਾਇੰਦੇ ਸੀ, ਜਿਹੜੇ ਸ਼ਾਮਲ ਹੋਏ ਸੀ, ਉਹਨਾਂ ਦੇ ਵੱਲੋਂ ਇੱਕ ਗੁਰਮਤਾ, ਜਿਹਦੇ ਬਾਰੇ ਗਿਆਨੀ ਗਿਆਨ ਸਿੰਘ ਜੀ ਲਿਖਦੇ ਨੇ, ਉਹ ਬਕਾਇਦਾ ਦਰਜ ਕਰਦੇ ਨੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਫੈਸਲੇ ਦੀ। ਕਾਮ ਪਰਤ ਥਾ ਜੋ ਕਛ ਕਬ ਹੀ, ਕਰਤ ਗੁਰਮਤਾ ਮਿਲ ਕਰ ਸਭ ਹੀ, ਜਥੇਦਾਰ ਜੋ ਕੁਛ ਕਹਿ ਦੇਤਾ, ਸੋਈ ਪੰਥ ਮਾਨ ਸਭ ਲੇਤਾ। ਜਿਹੜਾ ਬੈਠ ਕੇ ਸਿੱਖ ਸੰਗਤ ਦੇ ਨੁਮਾਇੰਦਿਆਂ ਦੇ ਵਿੱਚ, ਕੌਮ ਦੇ ਜਥੇਦਾਰਾਂ ਦੇ ਵਿੱਚ ਬਹਿ ਕੇ ਗੁਰਮਤਾ ਹੋ ਜਾਂਦਾ ਸੀਗਾ, ਤੇ ਉਹਦੀ ਰੋਸ਼ਨੀ ਦੇ ਵਿੱਚ ਜੋ ਜਥੇਦਾਰ ਐਲਾਨ ਕਰ ਦਿੰਦਾ ਸੀ, ਤੇ ਸਾਰੀ ਕੌਮ ਮੰਨਦੀ ਸੀ। ਦੁੱਖ ਇਸ ਗੱਲ ਦਾ ਹੈ ਕਿ ਭਾਵੇਂ ਅੱਜ ਪੰਜਾਬ ਦੇ ਮੁੱਖ ਮੰਤਰੀ ਨੇ, ਸਾਰੇ ਧਰਮਾਂ ਦੇ ਉਹ ਸਾਂਝੇ ਮੁੱਖ ਮੰਤਰੀ ਨੇ, ਔਰ ਮੇਰਾ ਖਿਆਲ ਹੈ ਕਿ ਸਾਰੇ ਧਰਮ ਜਿਹੜੇ ਨੇ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਦਾ ਸਤਿਕਾਰ ਕਰਦੇ ਨੇ, ਤੇ ਸ਼੍ਰੀ ਅਕਾਲ ਸਾਹਿਬ ਦੀ ਜਿਹੜੀ ਸੰਸਥਾ ਆ, ਜਿਹੜੀ ਸਰਵਉੱਚ ਸੰਸਥਾ ਆ, ਉਹਦੀ ਮਾਣ ਮਰਿਆਦਾ ਨੂੰ ਸਵੀਕਾਰ ਕਰਦੇ ਨੇ। ਪਰ ਜਿਸ ਤਰੀਕੇ ਦੇ ਨਾਲ ਸਾਡੇ ਮੁੱਖ ਮੰਤਰੀ ਸਾਹਿਬ ਨੇ ਇੱਕ ਤਰ੍ਹਾਂ ਦਾ ਜਥੇਦਾਰ ਸਾਹਿਬ ਵੱਲੋਂ ਜਿਹੜਾ ਕੱਲ ਫੈਸਲਾ ਸੀਗਾ, ਕੌਮ ਦਾ ਫੈਸਲਾ ਸੀਗਾ, ਉਹਦੇ ਉੱਤੇ ਪ੍ਰਤੀਕਰਮ ਦਿੱਤਾ ਹੈ, ਕਿਸੇ ਤਰ੍ਹਾਂ ਵਾਜਬ ਨਹੀਂ ਔਰ ਬਿਲਕੁਲ ਗਲਤ ਹੈ। ਇਹ ਜਥੇਦਾਰ ਸਾਹਿਬ ਹੋਰਾਂ ਦੀ ਸ਼ਾਨ ਦੇ ਖਿਲਾਫ ਹੈ, ਸ਼੍ਰੀ ਅਕਾਲ ਤਖਤ ਸਾਹਿਬ ਨੂੰ ਚੈਲੰਜ ਕਰਨ ਵਾਲੀ ਗੱਲ ਹੈ। ਔਰ ਮੈਂ ਬੇਨਤੀ ਕਰੂੰਗਾ ਕਿ ਮੁੱਖ ਮੰਤਰੀ ਅਜੇ ਵੀ
ਇਸ ਸੰਬੰਧੀ ਜੇ ਮਾਫੀ ਮੰਗ ਲੈਣ ਹਾਂਜੀ ਤੇ ਬੜੀ ਚੰਗੀ ਗੱਲ ਹੈ। ਹੁਣ ਦੂਸਰੀ ਗੱਲ ਜਿਹੜੀ ਹੈ ਕਿ ਜਥੇਦਾਰ ਸਾਹਿਬ ਹੋਰਾਂ ਨੇ ਜਿਹੜੀ ਗੱਲ ਕੀਤੀ ਸੀ, ਉਹਨਾਂ ਨੇ ਕਿਹਾ ਸੀਗਾ ਕਿ ਜਿਹੜੇ ਬੇਕਸੂਰ ਸਿੱਖ ਹੈ ਉਹਨਾਂ ਦੇ ਕੇਸ ਵਾਪਸ ਲੈ ਜਾਣ, ਬੇਕਸੂਰਾਂ ਦੀ ਗੱਲ ਕੀਤੀ ਹੈ। ਦੂਸਰੀ ਉਹਨਾਂ ਕਿਹਾ ਕਿ NSA ਹਟਾਈ ਜਾਵੇ। ਹੁਣ ਤੁਸੀਂ ਕਿਸੇ ਨੇ ਗੁਨਾਹ ਕੀਤਾ ਆ, ਜਿੰਨਾ ਗੁਨਾਹ ਬਣਦਾ ਸੀ ਕਹਿੰਦੇ ਆ ਕਿ ਜੇ ਕਿਸੇ ਨੇ ਕਾਨੂੰਨ ਤੋੜਿਆ ਚਾਹੇ ਜਨਾਲੇ ਵਾਲੀ ਘਟਨਾ ਆ ਉਹਦੇ ਵਿਰੁੱਧ ਕਾਨੂੰਨੀ ਕਾਰਵਾਈ ਕਰੋ, ਸ਼ੁਰੂ ਤੋਂ ਅਸੀਂ ਕਹਿੰਦੇ ਆ। ਠੀਕ ਹੈ, ਪਰ ਗੱਲ ਆ ਵੀ ਉਹਨੇ ਜਿਹੜਾ ਕਾਨੂੰਨ ਕਿੰਨਾ ਤੋੜਿਆ, ਉਹਦੀ ਕੀ ਸਜ਼ਾ ਆ, ਕੀ ਧਾਰਾ ਲੱਗਦੀ ਹੈ, ਤੇ ਤੁਸੀਂ ਜਿਹੜੀ ਦੇਸ਼ ਦੇ ਵਿਰੁੱਧ ਹਥਿਆਰਬੰਦ ਬਗਾਵਤ, ਦੇਸ਼ ਦੇ ਵਿਰੁੱਧ ਹਥਿਆਰਬੰਦ ਜੰਗ, ਦੇਸ਼ ਤੋੜਨ ਵਾਲੀ ਜਿਹੜੀ NSA ਲਾ ਕੇ ਤੇ ਕਾਲੇ ਪਾਣੀ ਵਾਲੀ ਸਜ਼ਾ ਦੇ ਦਿਓਗੇ, ਡਿਬਰੂਗੜ੍ਹ ਜੇਲ੍ਹ ਸੁੱਟ ਦਿਓਗੇ। ਸਾਨੂੰ ਪਤਾ ਗੌਰਵ, ਮੈਂ NSA ਹੰਡਾਈਆਂ ਨੇ, ਔਰ ਜਦੋਂ ਮੇਰੇ ਤੇ NSA ਲਾ ਕੇ ਜੂਨ 1984 ਚ ਜੋਧਪੁਰ ਦੀ ਜੇਲ੍ਹ ਚ ਭੇਜਿਆ ਸੀ ਤੇ ਮੈਨੂੰ ਪਤਾ ਸੀ ਉੱਥੋਂ ਦਾ ਸਟਾਫ, ਉੱਥੋਂ ਦੇ ਜਿਹੜੇ ਵਾਰਡਨ ਜਾਂ ਹੈੱਡ ਵਾਰਡਨ ਜਾਂ ਸੁਪਰਡੈਂਟ ਸਾਨੂੰ ਦੇਖਦੇ ਸੀਗੇ ਹਾਂਜੀ, ਤੇ ਜਿਸ ਤਰ੍ਹਾਂ ਦਾ ਸਾਡੇ ਨਾਲ ਵਿਹਾਰ ਕਰਦੇ ਸੀ ਸਾਰਿਆਂ ਦੇ ਸਾਹਮਣੇ ਹਾਂਜੀ, ਉਹ ਸਾਨੂੰ ਪਤਾ ਆ ਕਿ ਜਿਹਨੇ ਹੰਡਾਇਆ ਹੈ। ਅੱਜ ਜੋ ਉਹਨਾਂ ਨਾਲ ਬੀਤ ਰਿਹਾ ਆ, ਕੀ ਸਾਡੀਆਂ ਪੰਜਾਬ ਦੀਆਂ ਜੇਲ੍ਹਾਂ ਸਮਰੱਥ ਨਹੀਂ ਹਾਂਜੀ? ਕੀ ਇੱਥੇ ਤੁਸੀਂ ਕਿਸੇ ਨੂੰ ਬੰਦ ਨਹੀਂ ਰੱਖ ਸਕਦੇ? ਕੀ ਇੱਥੇ ਕਾਨੂੰਨੀ ਕਾਰਵਾਈ ਨਹੀਂ ਕੀਤੀ ਜਾ ਸਕਦੀ? NSA ਲਾਉਣ ਦੀ ਕੀ ਲੋੜ ਪੈ ਗਈ? ਇੱਕ ਜਿਹੜੀ ਸਭ ਤੋਂ ਵੱਡੀ ਗੱਲ ਹੈ, ਜਿਹੜੀ ਜਥੇਦਾਰ ਸਾਹਿਬ ਹੋਰਾਂ ਨੇ ਆਪਣੇ ਪ੍ਰਤੀਕਰਮ ਦੇ ਵਿੱਚ ਕਿਹਾ ਨਾ ਕਿ ਤੁਸੀਂ ਮੈਨੂੰ ਕਹਿੰਦੇ ਜੇ ਕਿ ਵਰਤ ਜੂਗਾ, ਮੈਂ ਤੇ ਸੁਚੇਤ ਹਾਂ। ਭਗਵੰਤ ਮਾਨ ਜੀ, ਕਿਤੇ ਇਹ ਨਾ ਹੋਵੇ ਕਿ ਤੁਹਾਡੇ ਵਰਗੇ ਰਾਜਨੀਤਿਕ ਨੂੰ ਉਹ ਰਾਜਨੀਤਿਕ ਲੋਕ ਵਰਤ ਜਾਣ ਹਾਂਜੀ, ਜਿਹੜੇ ਆਪਣੇ ਮਨਸੂਬੇ ਸਿੱਧ ਕਰਨਾ ਚਾਹੁੰਦੇ। ਤੇ ਉਹ ਕੌਣ ਹੈ? ਉਹ ਕੇਜਰੀਵਾਲ ਜੀ ਨੇ। ਕੇਜਰੀਵਾਲ ਸਾਹਿਬ ਦਾ ਮਨਸੂਬਾ ਕੀ ਹੈ ਕਿ ਪੰਜਾਬ ਚੋਂ ਤਾਂ ਲੈ ਲਈਆਂ ਵੋਟਾਂ, ਜਿਹੜੇ ਆ ਗੋਲ ਦਮਾਲਿਆਂ ਵਾਲੇ ਤੇ ਚੋਲਿਆਂ ਵਾਲੇ ਤੇ ਖੰਡਿਆਂ ਵਾਲੇ ਤੇ ਕਿਰਪਾਨਾਂ ਵਾਲੇ ਸੀਗੇ, ਇਹਨਾਂ ਨੇ ਭੱਜ ਕੇ ਕੇਜਰੀਵਾਲ ਅਸੀਂ ਸਾਰੇ ਤੇਰੇ ਨਾਲ ਪਾਤੀਆਂ ਵੋਟਾਂ, ਹੁਣ ਮੈਂ ਇਹਨਾਂ ਤੋਂ ਦਾਣੇ ਲੈਣੇ, ਹੁਣ ਲੈਣੀਆਂ ਪੂਰੇ ਬਾਕੀ ਦੇਸ਼ ਚੋਂ। ਤੇ ਬਾਕੀ ਦੇਸ਼ ਚ ਪੋਲਰਾਈਜੇਸ਼ਨ ਕਰਨ ਦੀ ਖਾਤਰ ਸਿੱਖਾਂ ਦਾ ਇੱਕ ਹਊਆ ਖੜਾ ਕੀਤਾ ਗਿਆ ਐ ਕਿ ਜਿਵੇਂ ਅਸੀਂ ਨਾ ਕਰਦੇ, ਭਗਵੰਤ ਮਾਨ ਵੱਲੋਂ ਜਾਂ ਕੇਜਰੀਵਾਲ ਵੱਲੋਂ ਅਜਿਹਾ ਪ੍ਰਭਾਵ ਦਿੱਤਾ ਜਾ ਰਿਹਾ ਹੈ ਕਿ ਜੇ ਅਸੀਂ ਸਖਤੀ ਨਾ ਕਰਦੇ, ਕਦਮ ਨਾ ਚੱਕਦੇ, ਇਹਨਾਂ ਤੇ ਖਾਲਿਸਤਾਨ ਬਣਾਤਾ ਸੀ। ਇਹ ਤਾਂ ਖਾਲਿਸਤਾਨ ਬਣ ਗਿਆ ਸੀਗਾ ਜੀ, ਇਹਨਾਂ ਦਾ ਝੰਡਾ ਵੀ ਬਣਾ ਲਿਆ ਸੀਗਾ, ਇਹਨਾਂ ਦੇ ਸੂਬਿਆਂ ਦੇ ਨਾਮ ਵੀ ਰੱਖ ਲਏ ਸੀ ਜੀ। ਠੀਕ ਹੈ, ਮੈਂ ਤੁਹਾਡੇ ਕੋਲ ਸਿਰ ਵਾਪਸ ਆਉਣਾ, ਤੁਸੀਂ ਡਿਟੇਲ 'ਚ ਆਪਣੀ ਗੱਲ ਰੱਖੀ ਹੈ, ਮੈਂ ਇੱਕ ਵਾਰੀ ਸਾਰਿਆਂ ਨੂੰ ਐਡ ਕਰ ਲਵਾਂ, ਪਰ ਤੁਸੀਂ ਜਿਹੜੇ ਅਹਿਮ ਪੁਆਇੰਟਸ ਕਹੇ ਨੇ ਮੈਂ ਉਸ ਦੇ ਉੱਤੇ ਗੱਲ ਕਰੂੰਗਾ। ਤੁਸੀਂ ਕਹਿ ਰਹੇ ਹੋ ਕਿ ਇੱਕ ਤਰੀਕੇ ਨਾਲ ਚੈਲੰਜ ਕੀਤਾ ਜਾ ਰਿਹਾ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ, ਮੈਂ ਇਸ ਦੇ ਉੱਤੇ ਆਵਾਂਗਾ, ਪਰ ਪਹਿਲਾਂ ਸੁਖਦੇਵ ਜੀ ਦਾ ਰੁਖ ਕਰਦਾ ਔਰ ਦਿਆਲ ਸਿੰਘ ਸੋਢੀ ਜੀ ਦਾ। ਸੁਖਦੇਵ ਜੀ, ਲੱਗਦਾ ਕਿ ਸਿਆਸਤ ਹੋ ਰਹੀ ਹੈ? ਜੇ ਹੋ ਰਹੀ ਹੈ ਤਾਂ ਕੌਣ ਕਰ ਰਿਹਾ ਹੈ? ਤੁਹਾਨੂੰ ਲੱਗਦਾ ਕਿ ਜਥੇਦਾਰ ਸਾਹਿਬ ਵਾਲੇ ਪਾਸੇ ਤੋਂ ਸਿਆਸਤ ਹੈ ਜਾਂ ਫਿਰ CM ਵਾਲੇ ਪਾਸੇ ਤੋਂ ਸਿਆਸਤ ਹੈ? ਗੱਲ ਤਾਂ ਦੋਵੇਂ ਪਾਸੇ ਅੰਮ੍ਰਿਤਪਾਲ ਵਾਲੇ ਆਪਰੇਸ਼ਨ ਦੀ ਹੈ। ਦੇਖੋ ਗੱਲ ਗੌਰਵ ਜੀ, ਇਹ ਹੈ ਗੱਲ ਸਿਆਸਤ ਦੀ ਤਾਂ ਹੈ ਹੀ ਹੈ, ਪਰ ਅਸਲ ਗੱਲ ਜਿਹੜੀ ਹੈ, ਇੱਕ ਗੱਲ ਤਾਂ ਬੜੀ ਸਾਫ਼ ਤੇ ਸਪਸ਼ਟ ਹੈ, ਅਸੀਂ ਸਾਰੇ ਹੀ ਪੰਜਾਬੀ, ਚਲੋ ਖਾਸ ਕਰ ਸਿੱਖ ਕਮਿਊਨਿਟੀ, ਅਸੀਂ ਆਪਣਾ ਅਕਾਲ ਤਖਤ ਸਾਹਿਬ ਨੂੰ ਅਸੀਂ ਸਰਬ ਉੱਚ ਮੰਨਦੇ ਹਾਂ, ਅਕਾਲ ਤਖਤ ਦੇ ਜਥੇਦਾਰ ਨੂੰ ਆਪਣਾ ਸਰਬ ਉੱਚ ਮੰਨਦੇ ਆ। ਸਾਡੇ ਬਖਰੇਵੇਂ ਵਿਚਾਰਾਂ ਦੇ ਹੁੰਦੇ ਆ, ਸਾਡੇ ਵੀ ਹੈਗੇ ਆ, ਅਸੀਂ ਇਹ ਨਹੀਂ ਕਹਿੰਦੇ ਵੀ ਸਾਡੀ ਪਾਰਟੀ ਦੇ ਬਖਰੇਵੇਂ ਨਹੀਂ ਹੈਗੇ, ਸਾਡੀ ਵੀ ਪਾਰਟੀ ਦੇ ਬਖਰੇਵੇਂ ਹੈਗੇ ਆ, ਪਰ ਜੋ ਇਸ ਚੀਜ਼ ਨੂੰ ਅਵੋਇਡ ਕੀਤਾ ਜਾ ਸਕਦਾ ਸੀ, ਕਿਉਂਕਿ ਜਿੰਨੀ ਕੁ ਮੇਰੀ ਜਾਣਕਾਰੀ ਹੈ, ਜਿੰਨਾ ਕੁ ਅਸੀਂ ਪਿਛਲੇ 1 ਸਾਲ ਦੇ ਵਿੱਚ ਸਰਕਾਰ ਦਾ ਤੇ ਜਥੇਦਾਰ ਸਾਹਿਬ ਦਾ ਆਪਸ 'ਚ ਵਿਹਾਰ ਦੇਖਿਆ, ਮੇਰੇ ਖਿਆਲ 4 ਤੋਂ 5 ਵਾਰੀ ਤਾਂ ਅਕਾਲ ਤਖਤ ਸਾਹਿਬ ਦੇ ਜਥੇਦਾਰ ਤੇ ਸਾਡੇ CM ਸਾਹਿਬ ਇਕੱਠੇ ਜੁੜ ਕੇ ਬੈਠ ਚੁੱਕੇ ਨੇ, ਔਰ ਘੰਟੇ ਦੀਆਂ ਮੀਟਿੰਗਸ ਵੀ ਹੋਈਆਂ ਨੇ, ਇਕੱਠਿਆਂ ਨੇ ਲੰਗਰ ਵੀ ਛਕਿਆ, ਠੀਕ ਹੈ। ਤੇ ਜੇ ਉਹ ਪਹਿਲਾਂ ਕਿਸੇ ਮਾਮਲਿਆਂ ਦੇ ਉੱਤੇ ਇਕੱਠੇ ਬੈਠ ਸਕਦੇ ਨੇ, ਇੱਕ ਦੂਜੇ ਕੋਲ ਜਾ ਸਕਦੇ ਨੇ, ਤਾਂ ਮੇਰੇ ਖਿਆਲ ਦੇ ਵਿੱਚ ਜੇ ਸਰਕਾਰ ਨੂੰ ਜਾਂ ਮੁੱਖ ਮੰਤਰੀ ਸਾਹਿਬ ਨੂੰ ਕੋਈ ਬਖਰੇਵਾ ਸੀਗਾ ਉਹਨਾਂ ਦੀ ਉਸ ਗੱਲ ਦਾ, ਤਾਂ ਉਹ ਬਹਿ ਕੇ ਪਹਿਲਾਂ ਕਰ ਲੈਣੀ ਚਾਹੀਦੀ, ਟਾਲੀ ਜਾ ਸਕਦੀ ਸੀ। ਸੁਖਦੇਵ ਜੀ, ਤੁਸੀਂ ਕਹਿ ਰਹੇ ਹੋ ਕਿ ਗੱਲ ਟਾਲੀ ਜਾ ਸਕਦੀ, ਕੱਲ ਉਹਨਾਂ ਨੇ ਜਿਹੜਾ ਮੈਂ ਕਹਿੰਦਾ ਚੈਲੰਜ ਕਿਹਾ ਨਾ, ਉਹਨਾਂ ਨੇ ਵੀ 24 ਘੰਟੇ ਦਾ ਅਲਟੀਮੇਟਮ ਦਿੱਤਾ ਹੈ, ਠੀਕ ਹੈ, ਉਹਦੇ ਉੱਤੇ ਮੈਂ ਉੱਤੇ ਗੱਲ ਕਰਕੇ ਟਾਲੀ ਜਾ ਸਕਦੀ ਸੀ। ਦੇਖੋ ਮੇਰੀ ਗੱਲ ਪੂਰੀ ਹੋ ਲੈਣ ਦਿਓ। ਜੇ ਅਸੀਂ ਅੰਮ੍ਰਿਤਪਾਲ ਸਿੰਘ ਦੇ ਕੇਸ ਦੇ ਵਿੱਚ IG ਸਾਡਾ ਇੰਟੈਲੀਜੈਂਸੀ ਜਸਕਰਨ ਸਿੰਘ ਜਾ ਕੇ ਜਥੇਦਾਰ ਸਾਹਿਬ ਨੂੰ ਅਪੀਲ ਕਰ ਸਕਦਾ ਹੈ, ਉਹਨਾਂ ਤੋਂ ਉਹਨੂੰ ਸਰੈਂਡਰ ਕਰਨ ਦੀ ਅਪੀਲ ਕਰਾ ਸਕਦਾ ਹੈ, ਤਾਂ ਮੇਰੇ ਖਿਆਲ ਦੇ ਵਿੱਚ ਇਸ ਗੱਲ ਨੂੰ ਵੀ ਟਾਲਿਆ ਜਾ ਸਕਦਾ ਸੀਗਾ, ਕਿਉਂਕਿ ਇਹ ਇੱਕ ਸੰਵੇਦਨਸ਼ੀਲ, ਪਹਿਲਾਂ ਹੀ ਮੁੱਦਾ ਸੰਵੇਦਨਸ਼ੀਲ ਹੈ, ਔਰ ਉਸ ਦੇ ਉੱਤੇ ਅਸੀਂ ਸੰਵੇਦਨਸ਼ੀਲ ਮੁੱਦੇ ਉੱਤੇ, ਔਰ ਸੰਵੇਦਨਸ਼ੀਲ ਸੂਬਾ ਸਾਡਾ, ਉਹਦੇ ਉੱਤੇ ਅਸੀਂ ਇਸ ਕਿਸਮ ਦੀਆਂ ਗਲਤੀਆਂ ਨਾ ਕਰੀਏ, ਕਿਉਂਕਿ ਜਿਹੜੇ ਕਿ ਟਕਰਾਓ ਦੀ ਸਿਚੁਏਸ਼ਨ ਬਣੇ। ਹੁਣ ਅਸੀਂ ਜਦੋਂ ਦੇਖੋ ਗੱਲ ਇੱਕ ਹੈ, ਅਸੀਂ ਉਹਨੂੰ ਹੁਣ ਜਿੰਨਾ ਮਰਜ਼ੀ ਕਹੀਏ, ਲੈਂਗੁਏਜ ਦਾ ਦੇਖੋ CM ਸਾਹਿਬ ਦੀ ਸਖਤ ਹੈਗੀ ਹੈ। ਉਹਨਾਂ ਨੇ ਦੇਖੋ ਜਦੋਂ ਕਿਸੇ ਤੇ ਤੁਸੀਂ ਇਲਜ਼ਾਮ ਲਾਓਗੇ ਵੀ ਤੂੰ ਕਿਸੇ ਦਾ ਉਹ ਵਿਅਕਤੀ ਵਿਸ਼ੇਸ਼ ਦਾ ਤੂੰ
ਪੱਖ ਪੂਰਦੇ ਰਹੇ ਹੋ, ਉਹ ਵਿਅਕਤੀ ਵਿਸ਼ੇਸ਼ਤਾ ਪੂਰਦੇ ਰਹੇ ਹੋ। ਮੈਂ ਕਹਿੰਦਾ ਇਹਨਾਂ ਗੱਲਾਂ ਦੇ ਨਾਲ ਸਾਡੇ ਵੀ ਬਖਰੇਵੇਂ ਗੌਰਵ ਜੀ ਬਿਲਕੁਲ ਰਹੇ ਨੇ ਔਰ ਹੈਗੇ ਔਰ ਰਹਿਣਗੇ ਵੀ, ਕਿਉਂਕਿ ਇਹ ਸੰਸਥਾਵਾਂ ਦੇ ਵਿੱਚ ਮੈਂ ਇਹ ਨਹੀਂ ਕਹਿੰਦਾ ਵੀ ਇੱਥੇ ਕਦੇ ਵੀ ਸਾਰਾ ਕੁਝ ਠੀਕ ਹੀ ਰਿਹਾ, ਹੁੰਦਾ ਰਹੇਗਾ, ਇਹਨਾਂ ਨੂੰ ਯੂਟਿਲਾਈਜ਼ ਕੀਤਾ ਜਾਂਦਾ ਰਿਹਾ, ਪਰ ਅੱਜ ਜੋ ਸਮਾਂ ਉਹਦੇ ਵਿੱਚ ਇਹਨੂੰ ਅਵੋਇਡ ਕੀਤਾ ਜਾ ਸਕਦਾ ਸੀ, ਔਰ ਖਾਸ ਕਰ ਉਹਨਾਂ ਦੋਸ਼ਕਸ਼ੀਤਾਂ ਨੂੰ ਜਿਹੜੀਆਂ ਕਿ ਆਪਸ ਦੇ ਵਿੱਚ ਮੇਰੇ ਖਿਆਲ ਦੇ ਵਿੱਚ ਇੱਕ ਦੂਜੇ ਨਾਲ ਮਿਲਦੇ ਨੇ, ਬੈਠਦੇ ਨੇ, ਗੱਲ ਵੀ ਕਰਦੇ। ਠੀਕ ਹੈ, ਤੁਸੀਂ ਕਹਿ ਰਹੇ ਹੋ ਪੁਆਇੰਟ ਨੰਬਰ 1 24 ਘੰਟੇ ਵਾਲਾ ਅਲਟੀਮੇਟਮ ਨਾ ਦਿੱਤਾ ਜਾਂਦਾ, ਉੱਥੇ ਟਾਲਿਆ ਜਾ ਸਕਦਾ ਸੀ। ਪੁਆਇੰਟ ਨੰਬਰ 2 ਜੇ ਸੀਐਮ ਦੇ ਵੱਲੋਂ ਟਵੀਟ ਨਾ ਕੀਤਾ ਜਾਂਦਾ ਤਾਂ ਇੱਥੇ ਵੀ ਸੁਲਝਾਇਆ ਜਾ ਸਕਦਾ ਸੀ ਬਿਨਾਂ ਟਵੀਟ। 24 ਘੰਟੇ ਵਾਲਾ ਉਹਨਾਂ ਨੇ ਜੇ ਦੇ ਵੀ ਦਿੱਤਾ ਸੀ, ਉਹਨਾਂ ਨਾਲ ਬਹਿ ਕੇ ਸੁਲਝਾ ਲੈਂਦੇ ਜਥੇਦਾਰ ਸਾਹਿਬ ਨਾਲ, ਕਿਉਂਕਿ ਪਹਿਲਾਂ ਵੀ ਮਿਲਦੇ ਨੇ ਇਹ ਆਪਸ ਵਿੱਚ ਮੁਲਾਕਾਤ। ਗੱਲ ਤਾਂ ਬਸ ਇਹ ਕਿ ਗੱਲ ਤੁਰਦੀ ਨਹੀਂ ਅੱਗੇ, ਇਹ ਟਵੀਟ ਵਾਲਾ ਜਿਹੜਾ ਇੱਕ ਨਵਾਂ ਕਲਚਰ ਹੈ ਉਸ ਦੇ ਉੱਪਰ ਤੁਸੀਂ ਸਵਾਲ ਚੁੱਕ ਰਹੇ ਹੋ। ਮੈਂ ਤੁਹਾਡੇ ਕੋਲ ਵਾਪਸ ਆਉਣਾ, ਮੈਂ ਇੱਕ ਵਾਰ ਰੁਕ ਕਰਦਾ। ਦਿਆਲ ਸਿੰਘ ਸੋਢੀ ਸਾਡੇ ਨਾਲ ਬੀਜੇਪੀ ਤੋਂ ਜੁੜੇ ਹੋਏ ਨੇ। ਸੋਢੀ ਸਾਹਿਬ, ਤੁਹਾਨੂੰ ਲੱਗਦਾ ਹੈ ਕਿ ਮਾਣ ਮਰਿਆਦਾ ਦਾ ਧਿਆਨ ਨਹੀਂ ਰੱਖਿਆ ਗਿਆ ਉਸ ਟਵੀਟ ਦੇ ਵਿੱਚ ਜਿਸ ਦੇ ਉੱਤੇ ਇਸ ਸਮੇਂ ਪੂਰੀ ਚਰਚਾ ਹੋ ਰਹੀ ਹੈ ਸੀਐਮ ਦੇ ਟਵੀਟ 'ਚ? ਦੇਖੋ ਗੌਰਵ ਜੀ, ਮੇਰੀ ਗੱਲ ਇਸ ਤਰ੍ਹਾਂ ਹੈ ਕਿ ਜਿਹੜਾ ਆਪਾਂ ਵਿਸ਼ੇ ਤੇ ਬਹਿਸ ਕਰ ਰਹੇ ਹਾਂ ਜੀ, ਇਹ ਬੜਾ ਇੱਕ ਸੰਵੇਦਨਸ਼ੀਲ ਮੁੱਦਾ ਹੈ, ਔਰ ਮੈਂ ਨਹੀਂ ਚਾਹੁੰਦਾ ਕਿ ਪੰਜਾਬ ਦੇ ਵਿੱਚ ਕੋਈ ਅਜਿਹੇ ਹਾਲਾਤ ਬਣਨ ਜਿਹੜਾ ਪੰਜਾਬ ਦੇ ਲੋਕਾਂ ਨੇ ਪਹਿਲਾਂ ਇੱਕ ਸੰਤਾਪ ਭੋਗਿਆ ਤੇ ਮੁੜ ਪੰਜਾਬ ਉਸ ਵੱਲ ਵਧੇ। ਇਹਦੇ ਵਿੱਚ ਕੋਈ ਦੋ ਰਾਵਾਂ ਨਹੀਂ ਕਿ ਜਿਹੜੇ ਸਾਡੇ ਅਕਾਲ ਤਖਤ ਦੇ ਜਥੇਦਾਰ ਸਾਹਿਬ ਬੜੇ ਸਨਮਾਨਯੋਗ ਨੇ, ਬੜੀ ਉੱਚੀ ਸ਼ਖਸੀਅਤ ਹੈ, ਬੜੀ ਉੱਚੀ ਪਦਵੀ ਹੈ ਉਹਨਾਂ ਦੀ, ਲੇਕਿਨ ਜਿਸ ਤਰ੍ਹਾਂ ਦੀ ਬਿਆਨਬਾਜ਼ੀ ਮੈਂ ਸਮਝਦਾ ਕਿ ਅੱਜ ਉਹਨਾਂ ਦੇ ਬਿਆਨ ਦੇ ਉੱਪਰ ਟਵੀਟ ਭਗਵੰਤ ਮਾਨ ਜੀ ਸਾਡੇ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਕੀਤਾ ਗਿਆ ਹੈ, ਮੈਂ ਸਮਝਦਾ ਕਿ ਬੜਾ ਮੰਦਭਾਗਾ ਹੈ। ਔਰ ਮੇਰਾ ਇਹਦੇ ਵਿੱਚ ਤਰਕ ਇਹ ਹੈ ਕਿ ਜੇ ਜਥੇਦਾਰ ਜੀ ਵੱਲੋਂ ਪਹਿਲਾਂ ਕੋਈ ਸਰਕਾਰ ਦੇ ਨਾਲ ਇਸ ਤਰ੍ਹਾਂ ਦੀ ਗੱਲਬਾਤ ਦਾ ਮਾਹੌਲ ਤਿਆਰ ਕਰਨ ਦੀ ਗੱਲ ਕੀਤੀ ਜਾਂਦੀ, ਤੇ ਜੇ ਜਥੇਦਾਰ ਜੀ ਪੰਜਾਬ ਦੇ ਮੁੱਖ ਮੰਤਰੀ ਜਾਂ ਉਹਨਾਂ ਦੇ ਕਿਸੇ ਮੰਤਰੀ ਸਾਹਿਬਾਨਾਂ ਨੂੰ ਬੁਲਾ ਕੇ ਇਸ ਤਰ੍ਹਾਂ ਦੀ ਕੋਈ ਗੱਲ ਕਰਦੇ ਜਾਂ ਸੈਸ਼ਨ ਦਿੰਦੇ ਕਿ ਜਿਹੜੇ ਬੇਕਸੂਰ ਲੋਕ ਨੇ ਉਹਨਾਂ ਨੂੰ ਛੱਡਿਆ ਜਾਵੇ, ਨੌਜਵਾਨਾਂ ਨੂੰ, ਔਰ ਜਿਨ੍ਹਾਂ ਦੇ ਉੱਤੇ ਕੋਈ ਗੰਭੀਰ ਮਾਮਲੇ ਨੇ ਜਾਂ ਕੋਈ ਬਣਦੀ ਕਾਰਵਾਈ ਹੋਈ ਹੈ ਉਹਨਾਂ ਦਾ ਕਹਾ ਅੱਗੇ ਅਦਾਲਤ ਨੇ ਫੈਸਲਾ ਕਰਨਾ ਹੈ। ਮੇਰਾ ਕਹਿਣਾ ਇਹ ਹੈ ਕਿ ਜਿਹੜੀ ਇੱਕ ਐਡੀ ਉੱਚੀ ਸ਼ਖਸੀਅਤ ਅਕਾਲ ਤਖਤ ਦੇ ਜਥੇਦਾਰ ਜੀ ਜਿਨ੍ਹਾਂ ਦਾ ਬੜਾ ਸਨਮਾਨਯੋਗ ਅਸੀਂ ਵੀ ਸਨਮਾਨ ਕਰਦੇ ਹਾਂ ਇੱਕ ਸਿੱਖ ਹੋਣ ਦੇ ਨਾਤੇ, ਤੇ ਉਹਨਾਂ ਦੇ ਕਹੇ ਤੇ ਪੰਜਾਬ ਦੇ ਮੁੱਖ ਮੰਤਰੀ ਜੀ ਆਪ ਆਉਂਦੇ ਜਾਂ ਆਪਣੇ ਕਿਸੇ ਕੈਬਨਿਟ ਦੇ ਵਜ਼ੀਰਾਂ ਨੂੰ ਭੇਜਦੇ, ਤੇ ਇਹ ਗੱਲ ਬਿਆਨਬਾਜ਼ੀ ਦੀ ਬਜਾਏ ਜੇ ਗੱਲ ਬੈਠ ਕੇ ਹੋ ਜਾਂਦੀ ਪੰਜਾਬ ਦੀ ਅਮਨ ਸ਼ਾਂਤੀ ਲਈ, ਪੰਜਾਬ ਦੀ ਤਰੱਕੀ ਲਈ, ਪੰਜਾਬ ਦੀ ਬਹਾਲੀ ਲਈ, ਜੋ ਅੱਜ ਪੰਜਾਬ ਦੇ ਵਿੱਚ ਇਹ ਮਾਹੌਲ ਬਣਿਆ ਹੋਇਆ ਹੈ, ਤੇ ਮੈਂ ਸਮਝਦਾ ਕਿ ਅਕਾਲ ਤਖਤ ਦੇ ਜਥੇਦਾਰ ਜੀ ਵੀ ਇਸ ਦੇ ਵਿੱਚ ਬਹੁਤ ਵੱਡਾ ਰੋਲ ਅਦਾ ਕਰ ਸਕਦੇ ਹੈ। ਲੇਕਿਨ ਜਿਸ ਤਰ੍ਹਾਂ ਦੀ ਬਿਆਨਬਾਜ਼ੀ ਹੋਈ ਹੈ, ਮੈਂ ਇਹਨੂੰ ਮੰਦਭਾਗੀ ਕਹੂੰਗਾ। ਇਹ ਬਿਆਨਬਾਜ਼ੀ ਨਹੀਂ ਹੋਣੀ ਚਾਹੀਦੀ, ਬੈਠ ਕੇ ਸੁਲਝਾ ਕੇ ਗੱਲ ਜਿਹੜੀ ਹੈਗੀ ਆ ਉਹ ਦੂਰ ਕੀਤੀ ਜਾ ਸਕਦੀ ਹੈ। ਠੀਕ ਹੈ, ਸੰਘੇੜਾ ਸਾਹਿਬ ਦਾ ਮੈਂ ਰੁਕ ਕਰਦਾ। ਸੰਘੇੜਾ ਸਾਹਿਬ, 2 ਪੁਆਇੰਟ। ਇੱਕ ਤਾਂ ਤੁਹਾਡੇ ਵਿਰੋਧੀ ਕਹਿ ਰਹੇ ਨੇ ਕਿ ਜਿਹੜੀ ਗੱਲਬਾਤ ਦੇ ਜ਼ਰੀਏ ਗੱਲ ਹੋ ਸਕਦੀ ਸੀ ਜਾਂ ਸੁਲਝਾਇਆ ਜਾ ਸਕਦਾ ਸੀ ਮਸਲਾ, ਉੱਥੇ ਤੁਸੀਂ ਟਵੀਟ ਕਰ ਦਿੱਤਾ। ਦੂਜੇ ਪਾਸੇ ਅਕਾਲੀ ਦਲ ਇਹ ਕਹਿ ਰਿਹਾ ਕਿ ਤੁਸੀਂ ਚੈਲੰਜ ਕਰ ਰਹੇ ਹੋ ਡਾਇਰੈਕਟਲੀ ਜਥੇਦਾਰ ਸਾਹਿਬ ਨੂੰ। ਜਥੇਦਾਰ ਸਾਹਿਬ ਨੇ ਸਿਆਸੀ ਬਿਆਨ ਦਿੱਤਾ ਔਰ ਉਹਦੇ ਹਿਸਾਬ ਨਾਲ ਹੀ ਜਥੇਦਾਰ ਸਾਹਿਬ ਨੇ ਕਲੀਅਰ ਕੱਟ ਕਿਹਾ ਕਿ ਤੁਹਾਡੀ ਰਾਜਨੀਤੀ ਦੇ ਉੱਪਰ ਦੂਜੇ ਰਾਜਨੀਤੀ ਨਾ ਕਰਨ ਲੱਗ ਜਾਣ। ਲੱਗ ਗਿਆ ਸੁਖਬੀਰ ਬਾਦਲ ਸਾਹਿਬ ਕਰਨ। ਅਸੀਂ ਤਾਂ ਮੈਰਿਟ ਤੇ ਗੱਲ ਕੀਤੀ ਹੈ, ਚਿੱਠੀਆਂ ਵੀ ਲਿਖੀਆਂ ਜਾਂਦੀਆਂ ਜਥੇਦਾਰ ਸਾਹਿਬ ਨੂੰ, ਬੇਨਤੀਆਂ ਵੀ ਕੀਤੀਆਂ ਜਾਂਦੀਆਂ ਕਿ ਸਾਨੂੰ ਇਸ ਚੀਜ਼ ਦਾ ਧਿਆਨ ਰੱਖਣਾ ਚਾਹੀਦਾ, ਇਸ ਚੀਜ਼ ਦਾ ਧਿਆਨ ਨਹੀਂ ਰੱਖਣਾ ਚਾਹੀਦਾ। ਮੈਂ ਹੱਥ ਜੋੜ ਕੇ ਨਿਮਰਤਾ ਸਹਿਤ ਫੇਰ ਜਥੇਦਾਰ ਸਾਹਿਬ ਨੂੰ ਬੇਨਤੀ ਕਰਦਾ ਕਿ ਜਥੇਦਾਰ ਸਾਹਿਬ ਤੁਸੀਂ ਕਮੇਟੀ ਬਣਾਈ, ਗੁਰੂ ਗ੍ਰੰਥ ਸਾਹਿਬ ਜੀ ਦੀ ਆੜ ਦੇ ਵਿੱਚ ਜਿਹੜਾ ਅਜਨਾਲਾ ਇਹ ਪੁਲਿਸ ਸਟੇਸ਼ਨ ਤੇ ਹਮਲਾ ਕੀਤਾ ਗਿਆ, ਪੀਰ ਮੁਹੰਮਦ ਸਾਹਿਬ ਕਮੇਟੀ ਦੇ ਮੁਖੀ ਸੀਗੇ, ਉਹਨਾਂ ਨੇ ਸਾਨੂੰ ਰਿਪੋਰਟ ਵੀ ਸੌਂਪੀ। ਤੁਸੀਂ ਉਦੋਂ ਬੱਚਿਆਂ ਨੂੰ ਜਦੋਂ ਭੜਕਾਇਆ ਜਾ ਰਿਹਾ ਸੀ ਕਿ ਸਿਰ ਦੇਣ ਲਈ ਤਿਆਰ ਰਹੋ, ਉਦੋਂ ਵੀ ਉਹ ਮਾਮਾ ਦੇ ਬੱਚੇ ਸੀਗੇ, ਤੁਹਾਨੂੰ ਉਦੋਂ ਉਹਨਾਂ ਬੱਚਿਆਂ ਨੂੰ ਬਣਾਉਣ ਲਈ ਅੱਗੇ ਆਉਣਾ ਚਾਹੀਦਾ ਸੀਗਾ। ਚਲੋ ਜੇ ਤੁਸੀਂ ਉਦੋਂ ਨਹੀਂ ਆਏ, ਹੁਣ ਆ ਜਾਓ। ਹੁਣ ਆਪਾਂ ਨੂੰ ਕੋਈ ਵੀ ਭੜਕਾਹਟ ਵਾਲੀ ਗੱਲ ਨਹੀਂ ਕਰਨੀ ਚਾਹੀਦੀ। ਜਥੇਦਾਰ ਸਾਹਿਬ, ਜੇ ਨਾ ਪੰਜਾਬ ਦੇ ਬੱਚੇ ਇਸ ਅੱਗ 'ਚ ਫਸਣ, ਨੁਕਸਾਨ ਹੋਵੇ ਜਵਾਨੀ ਦਾ, ਬਲਟੋਹਾ ਸਾਹਿਬ ਨੇ ਆ ਗੱਲ ਕਹੀ ਹੈ ਨਾ ਕਿ ਮੈਂ ਉਸ ਵੇਲੇ ਸੰਤਾਪ ਹਟਾਇਆ, ਬਿਲਕੁਲ ਸਹੀ ਗੱਲ ਹੈ। ਅਸੀਂ ਵੀ ਉਸ ਵੇਲੇ ਦੇ ਸਮੇਂ ਤੇ ਮੈਂ ਯੂਨੀਵਰਸਿਟੀ 'ਚ PhD ਕਰਦਾ ਸੀ, ਮੈਨੂੰ ਪਤਾ ਮੇਰੇ ਨਾਲ ਦੇ ਕਿੰਨੇ ਮਾਰੇ ਗਏ ਆ ਔਰ ਕਿੰਨਿਆਂ ਨਾਲ ਕੀ ਕੁਛ ਹੋਇਆ। ਜਿੱਥੇ ਬਲਟੋਹਾ ਸਾਹਿਬ ਬੰਦ ਰਹੇ ਆ, ਜਿਹੜੇ ਉੱਥੇ ਬੰਦ ਰਹੇ ਆ, ਉੱਥੇ ਕੀ ਉਹਨਾਂ ਦੇ ਨੰਗੇ ਪਿੰਡਿਆਂ ਤੇ ਲਾਇਆ ਗਿਆ। ਇਸ ਵੇਲੇ ਹਾਲਾਤ ਉਹ ਨਹੀਂ ਹੈਗੇ। ਇਸ ਵੇਲੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੇ 92 MLA ਨੇ
ਆਮ ਆਦਮੀ ਪਾਰਟੀ ਇੱਕ ਨਿਰਪੱਖ ਧਰਮ ਨਿਰਪੇਖ ਪਾਰਟੀ ਹੈ, ਸਭ ਧਰਮਾਂ ਦਾ ਬਰਾਬਰ ਸਤਿਕਾਰ ਕਰਦੀ ਹੈ। ਨਹੀਂ ਸੰਘੇੜਾ ਸਾਹਿਬ, ਦੇਖੋ ਤੁਹਾਡੇ ਵਿਰੋਧੀ ਇਹ ਕਹਿ ਰਹੇ ਨੇ ਕਿ ਬਹੁਤ ਵੱਡੀ ਸ਼ਖਸੀਅਤ ਹੈ, ਦੇਖੋ ਬਹੁਤ ਵੱਡਾ ਅਹੁਦਾ ਹੈ ਅਕਾਲ ਤਖਤ ਸਾਹਿਬ ਦੇ ਜਥੇਦਾਰ, ਔਰ ਬੱਚਿਆਂ ਨੂੰ ਗਲਤ ਪਾਸੇ ਜਾਣ ਤੋਂ ਥੋੜਾ ਛੋਟਾ ਜਵਾਬ ਰੱਖੋ ਸਰ, ਮੈਂ ਬਾਰ-ਬਾਰ ਤੁਹਾਡੇ ਕੋਲ ਆ ਸਕਾਂ, ਜਵਾਬ ਲੈ ਸਕਾਂ। ਨਹੀਂ ਪਰ ਸੰਘੇੜਾ ਸਾਹਿਬ ਦੇਖੋ, ਇੱਕ ਵੱਡਾ ਅਹੁਦਾ ਹੈ, ਵੱਡੀ ਸ਼ਖਸੀਅਤ ਨੇ ਜਥੇਦਾਰ ਸਾਹਿਬ। ਤੁਹਾਡੇ ਵਿਰੋਧੀ ਕਹਿ ਰਹੇ ਨੇ ਗੱਲਬਾਤ ਦੇ ਜ਼ਰੀਏ ਹੱਲ ਹੋ ਸਕਦਾ ਸੀ। ਉਹ ਤਾਂ ਹੁਣ ਵੀ ਹੋ ਹੀ ਰਿਹਾ ਆ, ਇਹ ਚ ਕਿਹੜੀ ਗੱਲ ਹੈ? ਨਹੀਂ ਤਕਰਾਰ ਵੀ ਹੋ ਰਹੀ ਹੈ ਨਾ ਸਰ, ਤਕਰਾਰ ਵੀ ਹੋ ਰਹੀ ਹੈ। ਸੀਐਮ ਟਵੀਟ ਕਰਦੇ ਨੇ, ਉਧਰ ਪਲਟਵਾਰ ਹੁੰਦਾ। ਹੁਣ ਇੱਧਰ ਸੁਖਬੀਰ ਬਾਦਲ ਦੀ ਸਟੇਟਮੈਂਟ ਆ ਗਈ, ਹੁਣ ਸੀਐਮ ਦੀ ਹੋ ਸਕਦਾ ਕੋਈ ਹੋਰ ਸਟੇਟਮੈਂਟ ਆ ਜਾਏ, ਫਿਰ ਜਥੇਦਾਰ ਸਾਹਿਬ ਫੇਰ ਬੋਲਣਗੇ। ਧਿਆਨ ਵਾਲੀ ਗੱਲ ਹੈ, ਕਿਸੇ ਧਾਰਮਿਕ ਇਸ਼ੂ ਤੇ ਕੋਈ ਬਖਰੇਵਾ ਨਹੀਂ ਹੈ ਜਥੇਦਾਰ ਸਾਹਿਬ ਨਾਲ, ਪੂਰਾ ਸਤਿਕਾਰ ਹੈ ਜਥੇਦਾਰ ਸਾਹਿਬ ਦਾ। ਔਰ ਜਿਹੜੀ ਗੱਲ ਦੇ ਭਗਵੰਤ ਮਾਨ ਸਾਹਿਬ ਨੇ, ਮੁੱਖ ਮੰਤਰੀ ਸਾਹਿਬ ਨੇ ਟਵੀਟ ਕੀਤਾ, ਜਥੇਦਾਰ ਸਾਹਿਬ ਨੇ ਉਹਦਾ ਜਵਾਬ ਵੀ ਦਿੱਤਾ ਹੈ। ਇਹਦੇ ਵਿੱਚ ਕੋਈ ਏਦਾਂ ਦੀ ਗੱਲ ਨਹੀਂ ਹੈ, ਇਹਨੂੰ ਉੱਥੇ ਧਰਮ ਚ ਹੀ ਦੇਖਣਾ ਚਾਹੀਦਾ ਆ। ਉਹ ਵਾਰ-ਵਾਰ ਇਹੀ ਕਹਿ ਰਹੇ ਨੇ ਸੰਘੇੜਾ ਸਾਹਿਬ, ਤੁਹਾਡੇ ਉੱਤੇ ਇਲਜ਼ਾਮ ਇਹ ਹੈ ਕਿ ਤੁਸੀਂ ਮਰਿਆਦਾ ਦਾ ਧਿਆਨ ਨਹੀਂ ਰੱਖਿਆ। ਨਹੀਂ, ਇਹਦੇ ਵਿੱਚ ਕੋਈ ਮਰਿਆਦਾ ਦੀ ਉਲੰਘਣਾ ਕੀਤੀ ਨਹੀਂ ਗੌਰਵ ਜੀ, ਮੈਂ ਉਹੀ ਤਾਂ ਕਹਿਣਾ, ਇਹਨੂੰ ਧਾਰਮਿਕ ਰੰਗਤ ਨਹੀਂ ਦੇਣੀ ਚਾਹੀਦੀ। ਇਹ ਪੰਜਾਬ ਦਾ ਇਸ਼ੂ ਹੈ, ਅੰਮ੍ਰਿਤਪਾਲ ਦਾ ਇਸ਼ੂ ਹੈ, ਪੰਜਾਬ ਦੀ ਜਵਾਨੀ ਦਾ ਇਸ਼ੂ ਹੈ, ਔਰ ਪੰਜਾਬ ਦੀ ਅਮਨ ਸ਼ਾਂਤੀ ਦਾ ਇਸ਼ੂ ਹੈ। ਠੀਕ ਹੈ, ਵਲਟੋਹਾ ਸਾਹਿਬ ਧਾਰਮਿਕ ਇਸ਼ੂ ਨਹੀਂ ਹੈ। ਠੀਕ ਹੈ। ਨਹੀਂ ਪਰ ਦੇਖੋ ਗੱਲ ਇਹ ਨਾ ਕਿ ਉਹ ਧਾਰਮਿਕ ਸ਼ਖਸੀਅਤ ਨੇ, ਬਹੁਤ ਵੱਡੇ ਅਹੁਦੇ ਦੇ ਉੱਤੇ ਨੇ ਇਸ ਸਮੇਂ, ਸਰਮੌਰ ਨੇ, ਤਾਂ ਉਹਨਾਂ ਨੂੰ ਲੈ ਕੇ ਜਿਹੜੀ ਟਿੱਪਣੀਆਂ ਉਸ ਦੇ ਉੱਤੇ ਹੀ ਕਿੰਤੂ ਪਰੰਤੂ ਇਨਫੈਕਟ ਮੁਆਫੀ ਵਾਲੀ ਗੱਲ ਵੀ ਕਹਿ ਦਿੱਤੀ ਗਈ। ਵਲਟੋਹਾ ਸਾਹਿਬ ਦੇਖੋ ਪੁਆਇੰਟ ਇਹ ਹੈ ਕਿ ਗੱਲ ਤਾਂ ਟਾਲੀ ਜਾ ਸਕਦੀ। ਜਿਹੜੇ ਜਥੇਦਾਰ ਨੇ ਨਾ ਗੌਰਵ ਜੀ, ਅਕਾਲ ਤਖਤ ਦੇ ਜਥੇਦਾਰ ਨੇ ਜੀ, ਵਲਟੋਹਾ ਸਾਹਿਬ ਮੇਰੇ ਨਾਲੋਂ ਬੈਟਰ ਐਕਸਪਲੇਨ ਕਰ ਸਕਦੇ ਆ ਉਹਨਾਂ ਦੀ ਸੀਟ ਜਿਹੜੀ ਕਿਹੜੀ ਆ। ਨਾਲੇ ਮੈਂ ਇੱਕ ਗੱਲ ਕਹਿਣੀ ਚਾਹਣਾ, ਅਹੁਦੇ ਦੀ ਮਰਿਆਦਾ ਜਿਹੜੀ ਆ, ਮਨੌਤ ਜਿਹੜੀ ਆ, ਪਿੱਛੇ ਵੀ ਗਲਤੀਆਂ ਹੁੰਦੀਆਂ ਰਹੀਆਂ, ਜਿਹਦੇ ਨਾਲ ਮਨੌਤ ਉਸ ਸੀਟ ਦੀ ਘਟਦੀ ਹੈ। ਜਿਸ ਤਰ੍ਹਾਂ ਪੀਸੀਓ ਤੇ ਜਾ ਕੇ ਹੁਕਮਨਾਮੇ ਜਾਰੀ ਕਰਦੇ ਹੋ, ਜਾਂ ਸ਼੍ਰੋਮਣੀ ਅਕਾਲੀ ਦਲ ਦੁਰਵਰਤੋਂ ਕਰਦਾ ਵੀ ਰਿਹਾ ਅਕਾਲ ਤਖਤ ਸਾਹਿਬ ਦੀ। ਠੀਕ ਹੈ ਨਾ, ਇਹ ਗੱਲਾਂ ਜਿਹੜੀਆਂ ਆ, ਡੈਮੋਕ੍ਰੇਸੀ ਹੈ, ਸਿੱਖ ਧਰਮ ਜਿਹੜਾ ਬੜਾ ਰੈਸ਼ਨਲ ਧਰਮ ਹੈ, ਇਹਦੇ ਵਿੱਚ ਇਹ ਚੀਜ਼ਾਂ ਦਾ ਸੰਵਾਦ ਹੁੰਦਾ ਆ। ਸੰਵਾਦ ਕਰਨਾ ਕੋਈ ਅਵਗਿਆ ਨਹੀਂ ਹੈ। ਚਲੋ ਆਪਾਂ ਜਵਾਬ ਲੈ ਲਈਏ ਸਰ, ਥੋੜਾ ਛੋਟਾ ਨਹੀਂ ਹੈ ਜੀ ਥੋੜਾ ਛੋਟਾ ਜਵਾਬ ਰੱਖੀਏ ਵਲਟੋਹਾ ਸਾਹਿਬ। ਵਲਟੋਹਾ ਜੀ ਦੇਖੋ, ਮੈਂ ਗੌਰਵ ਜੀ ਬੇਨਤੀ ਕਰਾਂ ਕਿ ਜੇ ਜਥੇਦਾਰ ਸਾਹਿਬ ਹੋਰਾਂ ਨੇ ਕੌਮ ਵੱਲੋਂ ਕੀਤੇ ਹੋਏ ਗੁਰਮਤੇ ਕੀਤੇ ਹੋਏ ਫੈਸਲੇ ਦਾ ਐਲਾਨ ਕੀਤਾ, ਤੇ ਜੇ ਭਗਵੰਤ ਮਾਨ ਹੋਰਾਂ ਨੇ ਉਹ ਐਲਾਨ ਸੁਣਿਆ ਤੇ ਉਹਦੇ ਉੱਤੇ ਕੋਈ ਪ੍ਰਤੀਕਰਮ ਦੇਣਾ ਸੀ, ਉਹ ਸੁਧਰੇ ਹੋਏ ਲਫ਼ਜ਼ਾਂ ਵਿੱਚ ਵੀ ਦਿੱਤਾ ਜਾ ਸਕਦਾ ਹੈ। ਜਥੇਦਾਰ ਸਾਹਿਬ, ਸਤਿਕਾਰਯੋਗ ਜਥੇਦਾਰ ਸਾਹਿਬ, ਤੁਹਾਡੇ ਕੀਤੇ ਹੋਏ ਐਲਾਨ ਮੇਰੇ ਤੱਕ ਪਹੁੰਚੇ ਨੇ, ਪਰ ਅਸੀਂ ਆਪਦੀ ਸਰਕਾਰ ਦਾ ਪੱਖ ਵੀ ਤੁਹਾਡੇ ਕੋਲੇ ਰੱਖਣਾ ਚਾਹੁੰਦੇ ਹਾਂ। ਆਪੇ ਗੱਲ ਗਾਂ ਤੁਰ ਪੈਂਦੀ, ਤੇ ਇਸ ਕਰਕੇ ਆ ਅਸੀਂ ਆਪਣਾ ਪੱਖ ਰੱਖਾਂਗੇ। ਸਾਡੀ ਵੀ ਸੁਣ ਲਿਆ ਜੀ, ਆਪੇ ਜਥੇਦਾਰ ਸਾਹਿਬ ਹੋਰਾਂ ਦੀ ਵੀ ਰਹਿ ਜਾਂਦੀ, ਸਰਕਾਰ ਦੀ ਵੀ ਰਹਿ ਜਾਂਦੀ, ਪਰ ਜਿਸ ਤਰੀਕੇ ਨਾਲ ਸੰਬੋਧਨ ਕੀਤਾ ਗਿਆ। ਹੁਣ ਮੈਂ ਆਉਣਾ ਹੈ, ਸੰਘੇੜਾ ਸਾਹਿਬ ਬੜੇ ਸੂਝਵਾਨ ਨੇ, ਔਰ ਮੇਰਾ ਖਿਆਲ ਹੈ ਕਿ ਅੱਜ ਉਹ ਦਿਲੋਂ ਨਹੀਂ ਬੋਲ ਰਹੇ, ਉਹਨਾਂ ਦੀ ਮਜਬੂਰੀ ਹੈ। ਮਹਾਰਾਜਾ ਰਣਜੀਤ ਸਿੰਘ ਤੋਂ ਉੱਤੇ ਤੇ ਨਹੀਂ ਗਾ ਭਗਵੰਤ ਮਾਨ, ਅਕਾਲੀ ਬਾਬਾ ਫੂਲਾ ਸਿੰਘ ਨੇ ਸੱਦ ਕੇ ਤੇ ਕਿਹਦੇ ਨਾਲ ਬੰਨਿਆ ਸੀਗਾ, ਇਮਲੀ ਦੇ ਪੇੜ ਦੇ ਨਾਲ, ਹਾਂਜੀ, ਕੋੜੇ ਮਾਰਨ ਦੀ ਸਜ਼ਾ ਦਾ ਐਲਾਨ ਕੀਤਾ। ਔਰ ਗਿਆਨੀ ਜੈਲ ਸਿੰਘ, ਉਹਨਾਂ ਦੇ ਚਿੱਠੀਆਂ ਪੜ੍ਹ ਲਓ ਜਿਹੜੇ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਲਿਖੀਆਂ ਗਈਆਂ ਉਸ ਸਮੇਂ 1984 ਚ, ਕਿਸ ਨਿਮਰਤਾ ਦੇ ਨਾਲ, ਕਿਸ ਲਹਿਜੇ ਦੇ ਨਾਲ, ਕਿਹੜੇ ਸ਼ਬਦਾਂ ਦੇ ਨਾਲ ਉਹਨਾਂ ਨੇ ਬਿਆਨ ਕੀਤਾ। ਚਾਹੇ ਗ੍ਰਹਿ ਮੰਤਰੀ ਬੂਟਾ ਸਿੰਘ ਸੀਗਾ, ਉਹਨੇ ਜਿਸ ਤਰੀਕੇ ਦੇ ਨਾਲ ਆਪਦੀ ਹੋਈ ਗਲਤੀ ਨੂੰ ਸਵੀਕਾਰ ਕੀਤਾ, ਜਿਸ ਨਿਮਰਤਾ ਨਾਲ ਕੀਤਾ। ਸੀਐਮ ਸਰਜੀਤ ਸਿੰਘ ਬਰਨਾਲਾ ਮੁੱਖ ਮੰਤਰੀ ਰਹੇ ਪੰਜਾਬ ਦੇ, ਉਹਨਾਂ ਕੋਲੋਂ ਗਲਤੀ ਹੋਈ, ਉਹਨਾਂ ਨੇ ਸ਼੍ਰੀ ਅਕਾਲ ਤਖਤ ਸਾਹਿਬ ਤੇ ਲੰਮੇ ਪੈ ਕੇ ਆਏ, ਔਰ ਉਹਨਾਂ ਨੂੰ ਥੰਮਲੇ ਨਾਲ ਬੰਨ ਕੇ ਗਲ 'ਚ ਫੱਟੀ ਪਾ ਕੇ, ਹਉ ਪਾਪੀ ਤੂੰ ਬਖਸ਼ਣਹਾਰ, ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਨੇ ਸਜ਼ਾ ਦਿੱਤੀ। ਇਸ ਕਰਕੇ ਜਿਹੜਾ ਆ, ਸਾਡੀ ਹੱਥ ਬੰਨ ਕੇ ਬੇਨਤੀ ਆ, ਵਿਉਂ ਚ ਨਾ ਰਿਹਾ ਜੇ। ਸ਼੍ਰੀ ਅਕਾਲ ਤਖਤ ਸਾਹਿਬ ਨਾਲ ਇੰਦਰਾ ਗਾਂਧੀ ਨੇ ਟੱਕਰ ਲਾਈ ਸੀ, ਜਿੰਨੇ ਲਾਈ ਆ, ਵਿਉਂ ਤੋੜਿਆ ਸ਼੍ਰੀ ਅਕਾਲ ਤਖਤ ਸਾਹਿਬ ਨੇ। ਹਾਂਜੀ, ਇਹ ਵਿਉਂ ਵਾਲੀਆਂ ਗੱਲਾਂ ਨੇ, ਇਹ ਨਿਮਰਤਾ ਵਾਲੀਆਂ ਗੱਲਾਂ ਨੇ ਨਹੀਂ। ਇਹਨਾਂ ਤਖਤਾਂ ਤੋਂ ਝੋਲੀਆਂ ਭਰਦੀਆਂ ਨੇ, ਤੇ ਜੇ ਤੁਸੀਂ ਸ਼੍ਰੀ ਅਕਾਲ ਤਖਤ ਸਾਹਿਬ ਨਾਲ ਟੱਕਰ ਲਾਓਗੇ, ਕਿਸੇ ਨੂੰ ਵੀ ਇਹਨੂੰ ਜਰ ਨਹੀਂ ਸਕਦਾ। ਬਾਕੀ ਰਹੀ ਗੱਲ, ਇੱਕ ਮੈਂ ਬੇਨਤੀ ਕਰਾਂ ਜੀ, ਇਹ ਜਥੇਦਾਰ, ਮੈਂ ਸ਼ੁਰੂ ਚ ਗੱਲ ਕੀਤੀ ਹੈ ਕਿ ਜਥੇਦਾਰ ਸਾਹਿਬ ਹੋਰਾਂ ਨੇ ਕੋਈ ਇਹ ਹੁਕਮਨਾਮਾ ਜਾਰੀ ਨਹੀਂ ਕੀਤਾ, ਇਹ ਕੌਮ ਦੇ ਫੈਸਲੇ ਦੀ, ਕੌਮ ਦੇ ਗੁਰਮਤੇ ਦੀ, ਇੱਕ ਇਕੱਤਰਤਾ ਦੇ ਫੈਸਲੇ ਦਾ ਉਹਨਾਂ ਨੇ ਐਲਾਨ ਕੀਤਾ ਆ। ਇਹ ਪਹੁੰਚ ਹੋ ਕੇ ਕੱਲੇ ਜਥੇਦਾਰ ਸਾਹਿਬ ਤੇ ਆ ਜਾਂਦੇ, ਮੈਂ ਕਹਿੰਦਾ ਕੱਲਾ ਜਥੇਦਾਰ ਵੀ ਕਰ ਦੇਵੇ, ਉਹ ਕੱਲੇ ਵੀ ਕਰਦੇ ਨੇ, ਫਿਰ ਵੀ ਸਤਿਕਾਰਯੋਗ ਆ। ਸਾਨੂੰ ਉਹਦੇ ਉੱਤੇ ਕਿੰਤੂ ਪਰੰਤੂ ਕਰਨ ਲੱਗਿਆ, ਪ੍ਰਤੀਕਰਮ ਕਰਨ ਲੱਗਿਆ, 100 ਵਾਰ ਸੋਚਣਾ ਚਾਹੀਦਾ ਹੈ। ਔਰ ਇਹ ਬਾਰ-ਬਾਰ ਗੱਲ ਕਰਦੇ ਆ ਕਿ 15 ਮਾਰਚ ਨੂੰ ਰਿਪੋਰਟ ਦੇਣੀ ਸੀ ਜੀ, ਪੀਰ ਮੁਹੰਮਦ ਸਾਹਿਬ ਉਹਦੇ ਬਣੇ ਕੋਆਰਡੀਨੇਟਰ ਬਣੇ ਸੀਗੇ, ਉਹ ਰਿਪੋਰਟ ਦੇਤੀ ਸੀਗੀ।
15 ਤੋਂ 18 ਨੂੰ ਤਾਂ ਤੁਹਾਂ ਚੰਦ ਚਾੜਤਾ, ਹੁਣ ਜਥੇਦਾਰ ਉਹ ਰਿਪੋਰਟਾਂ ਖੋਲੀ ਫਿਰੇ। ਹਾਂਜੀ, ਉਹ ਰਿਪੋਰਟ ਕੀ ਹੈ ਉਹ ਵੀ ਆ ਜੂਗੀ ਸਮਾਂ ਆਉਣ ਤੇ। ਹਾਂਜੀ, ਔਰ ਕਿਸੇ ਨੇ ਵੀ ਉਸ ਗੱਲ ਨੂੰ ਸਹੀ ਨਹੀਂ ਠਹਿਰਾਇਆ, ਭਾਵੇਂ ਰਿਪੋਰਟ 'ਚ ਪਤਾ ਨਹੀਂ ਕੀ ਹੈ, ਪਰ ਮੇਰੇ ਵਰਗੇ ਜਾਂ ਬਾਹਲੇ ਲੋਕਾਂ ਨੇ ਇਸ ਗੱਲ ਨੂੰ ਮਹਿਸੂਸ ਕੀਤਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਥਾਣੇ ਦੇ ਘਰਾਓ ਵਾਸਤੇ ਧਰਨੇ ਵਾਸਤੇ ਨਹੀਂ ਸੀ ਲੈ ਕੇ ਜਾਣਾ ਚਾਹੀਦਾ। ਪਰ ਸਾਡੀ ਇਹੀ ਬੇਨਤੀ ਹੈ ਤੇ ਜਥੇਦਾਰ ਸਾਹਿਬ ਹੋਰਾਂ ਨੇ ਵੀ ਜਾਂ ਕੱਲ ਜਿਹੜੇ ਉੱਥੇ ਵਿਚਾਰ ਆਏ ਨੇ ਉਹਨਾਂ ਵਿਚਾਰਾਂ 'ਚ ਇਹੀ ਗੱਲ ਆਈ ਕਿ ਜੇ ਜਿੰਨਾ ਕਿਸੇ ਨੇ ਗੁਨਾਹ ਕੀਤਾ ਸੀ ਉਹਨੂੰ ਸਜ਼ਾ ਦੇ ਦਿਓ, ਪ੍ਰਵਾਨ ਹੈ। ਪਰ ਤੁਸੀਂ ਇੱਕ ਅਜਿਹਾ ਸਿਨੈਰੀਓ ਸਿਰਜ ਕੇ ਇਹ ਅਜਿਹਾ ਮਾਹੌਲ ਸਿਰਜ ਕੇ ਜਿਵੇਂ ਜੇ ਅਸੀਂ ਸਖਤੀ ਨਾ ਕਰਦੇ ਤੇ ਇਹ ਜਿਹੜਾ ਹਾਂ ਇੱਕ ਮਿੰਟ ਅਜਿਹਾ ਮਾਹੌਲ ਨਾ ਸਿਰਜਦੇ ਤੇ ਖਾਲਿਸਤਾਨ ਬਣ ਗਿਆ ਸੀ, ਦੇਸ਼ ਟੁੱਟ ਗਿਆ ਸੀ। ਇਹ ਕਿਉਂ ਲੋਕਾਂ ਨੂੰ ਗੁੰਮਰਾਹ ਕਰਦੇ ਜੀ, ਕਿਉਂ ਸਿੱਖਾਂ ਨੂੰ ਬਦਨਾਮ ਕਰਦੇ ਜੀ? ਕੋਈ ਅਜਿਹਾ ਮਾਹੌਲ ਹੈ ਪੰਜਾਬ ਚ ਅਮਨ ਸ਼ਾਂਤੀ ਭਾਈਚਾਰਕ ਔਰ ਦੇਸ਼ ਦੀ ਏਕਤਾ ਦੇ ਖੰਡ ਦਾ ਜਵਾਬ ਲੈਣ ਚਾਹੀਦੀ ਹੈ। ਸੰਘੇੜਾ ਸਾਹਿਬ, ਨਿਮਰਤਾ ਨਹੀਂ ਸੀ। ਉਹਨਾਂ ਨੇ ਬਹੁਤ ਵੱਡੀਆਂ ਸ਼ਖਸੀਅਤਾਂ ਦਾ ਨਾਮ ਲੈ ਦਿੱਤਾ ਇਤਿਹਾਸ ਦੇ ਵਿੱਚੋਂ, ਤੇ ਉਹ ਕਹਿੰਦੇ ਕਿ ਨਿਮਰਤਾ ਹੁੰਦੀ ਹੈ ਜਦੋਂ ਅਕਾਲ ਤਖਤ ਸਾਹਿਬ ਨੂੰ ਸੰਬੋਧਿਤ ਕੀਤਾ ਜਾਂਦਾ ਜਾਂ ਉਹਨਾਂ ਨੂੰ ਕੋਈ ਗੱਲ ਕਹੀ ਜਾਂਦੀ ਹੈ। ਬਟੋਹਾ ਸਾਹਿਬ ਬੜੀ ਸੂਝ ਦੇ ਨਾਲ ਗੱਲ ਨੂੰ ਟਵਿਸਟ ਕਰ ਰਹੇ ਨੇ। ਬਟੋਹਾ ਸਾਹਿਬ ਐਡੀਆਂ ਵੱਡੀਆਂ ਘਟਨਾਵਾਂ ਨੂੰ ਇੱਥੇ ਨਾ ਕੰਪੇਅਰ ਕਰੋ। ਜੋ ਦਰਬਾਰ ਸਾਹਿਬ ਤੇ ਹਮਲਾ ਹੋਇਆ ਜਾਂ ਜੋ ਬਰਨਾਲਾ ਸਾਹਿਬ ਨੇ ਗਲਤੀ ਕੀਤੀ ਸੀ ਉਹਨੂੰ ਇਹਨਾਂ ਗੱਲਾਂ ਨਾਲ ਨਾ ਕੰਪੇਅਰ ਕਰੋ। ਤੁਸੀਂ ਵੀ ਉਦੋਂ ਦਰਬਾਰ ਸਾਹਿਬ ਦੇ ਅੰਦਰ ਸੀਗੇ ਜਦੋਂ ਤੁਹਾਡੀ ਅਰੈਸਟ ਹੋਈ ਹੈ, ਹੋਰ ਸਾਰੀਆਂ ਘਟਨਾਵਾਂ ਹੋਈਆਂ। ਬਰਨਾਲਾ ਸਾਹਿਬ ਤੋਂ ਮੁੱਖ ਮੰਤਰੀ ਸੀ, ਉਹਨਾਂ ਨੇ ਪੁਲਿਸ ਭੇਜੀ ਸੀ ਦਰਬਾਰ ਸਾਹਿਬ ਕੰਪਲੈਕਸ ਦੇ ਵਿੱਚ। ਆਪਾਂ ਨਾ ਉਹਨਾਂ ਚੀਜ਼ਾਂ ਨੂੰ ਟੱਚ ਕਰੀਏ, ਆਪਾਂ ਪੰਜਾਬ ਨੂੰ ਸ਼ਾਂਤ ਰਹਿਣ ਦਈਏ, ਸਿਆਸਤ ਨਾ ਕਰੀਏ ਪੰਜਾਬ ਦੀ ਅਮਨ ਸ਼ਾਂਤੀ ਤੇ। ਮੇਰੀ ਹੱਥ ਜੋੜ ਕੇ ਬੇਨਤੀ ਹੈ ਤੁਹਾਨੂੰ, ਸੁਖਬੀਰ ਬਾਦਲ ਸਾਹਿਬ ਨੇ ਸਿਆਸਤ ਕਰਨੀ ਸ਼ੁਰੂ ਕਰਤੀ, ਤੁਸੀਂ ਇੱਕ ਟਵੀਟ ਤੇ ਸਿਆਸਤ ਕਰਨੀ ਸ਼ੁਰੂ ਕਰਤੀ। ਮੈਂ ਤਾਂ ਸਪਸ਼ਟ ਤੌਰ ਤੇ ਗੌਰਵ ਜੀ ਕਿਹਾ ਕਿ ਜੋ ਜਥੇਦਾਰ ਸਾਹਿਬ ਨੇ ਕਿਹਾ, ਭਗਵੰਤ ਮਾਨ ਸਾਹਿਬ ਨੇ ਟਵੀਟ ਕੀਤਾ, ਜਥੇਦਾਰ ਸਾਹਿਬ ਨੇ ਉਹਨਾਂ ਦਾ ਜਵਾਬ ਵੀ ਦਿੱਤਾ। ਔਰ ਮੈਂ ਤੁਹਾਡੇ ਸਾਹਮਣੇ ਕਹਿ ਰਿਹਾ, ਜਥੇਦਾਰ ਸਾਹਿਬ ਦਾ ਸਵਾਗਤ ਹੈ। ਜਿੱਦਾਂ ਦੇ ਬਟੋਹਾ ਸਾਹਿਬ ਦੇ ਜਥੇਦਾਰ ਨੇ ਉਦਾਂ ਦੇ ਸਾਡੇ ਨੇ, ਪਰ ਸੰਵਾਦ ਤਾਂ ਅਸੀਂ ਕਰ ਸਕਦੇ ਹਾਂ। ਮੈਂ ਫੇਰ ਕਹਿੰਦਾ ਆ ਕਿ ਜਿਹੜੀਆਂ ਜਥੇਬੰਦੀਆਂ ਚੋਣਵੀਆਂ ਸੱਦਣ ਦੀ ਬਜਾਏ ਬਾਕੀਆਂ ਨੂੰ ਵੀ ਸੱਦ ਲੈਂਦੇ। ਮੇਰਾ ਦਿਲ ਕਰਦਾ ਮੈਂ ਵੀ ਚੱਲ ਜਾਂਦਾ। ਇਹ ਅਕਾਲ ਤਖਤ ਸਾਹਿਬ ਸਾਰਿਆਂ ਦਾ ਸਾਂਝਾ ਆ, ਚਾਹੇ ਕੋਈ ਕਾਂਗਰਸੀ ਸਿੱਖ ਹੈ, ਚਾਹੇ ਬੀਜੇਪੀ ਦਾ ਸਿੱਖ ਹੈ, ਚਾਹੇ ਕੋਈ ਗੈਰ ਸਿਆਸੀ ਸਿੱਖ ਹੈ, ਚਾਹੇ ਕੋਈ ਮੇਰੇ ਵਰਗਾ ਅੰਮ੍ਰਿਤਧਾਰੀ ਨਹੀਂ ਹੈਗਾ ਉਹ ਸਿੱਖ ਹੈ, ਜਾਂ ਹੋਰ ਵੀ ਪੰਜਾਬੀ ਆ ਉੱਥੇ ਜਾ ਕੇ। ਫਿਰ ਜਥੇਬੰਦੀਆਂ ਦੇ ਮੁਖੀ ਸੀ ਨਾ ਸੰਘੇੜਾ ਸਾਹਿਬ, ਸਾਰੇ ਤਾਂ ਕਿਵੇਂ ਚਲੇ ਜਾਣਗੇ? ਥੋੜੇ ਪ੍ਰੈਕਟੀਕਲ ਗੱਲ ਵੀ ਹੈ, ਸਾਰੇ ਕਿਵੇਂ ਚਲੇ ਜਾਣਗੇ ਸਰ? ਨਹੀਂ ਮੈਂ ਜਾ ਸਕਦਾ ਉੱਥੇ ਜੇ ਗੱਲ ਨਹੀਂ ਸਰ, ਰੋਕ ਤਾਂ ਕੋਈ ਨਹੀਂ ਰਿਹਾ, ਪਰ ਜੇਕਰ ਕੋਈ ਮੀਟਿੰਗ ਹੈ ਜਾਂ ਕੁਝ ਹੈ ਤਾਂ ਫਿਰ ਜਿਹੜੇ ਨੁਮਾਇੰਦੇ ਨੇ ਉਹ ਜਾਂਦੇ ਨੇ ਉੱਥੇ। ਪੋਲੀਟੀਕਲ ਪਾਰਟੀਆਂ, ਜਿੱਥੇ ਤੱਕ ਮੈਨੂੰ ਨੌਲੇਜ ਹੈ ਕਿ ਉਸ ਇਕੱਤਰਤਾ ਦੇ ਵਿੱਚ ਪੋਲੀਟੀਕਲ ਪਾਰਟੀਆਂ ਨੂੰ ਨਹੀਂ ਸੱਦਿਆ ਗਿਆ। ਅਕਾਲ ਤਖਤ ਦਾ ਰੁਤਬਾ ਜਿਹੜਾ ਆ ਗੌਰਵ ਜੀ, ਉਹਨੂੰ ਸਮਝਣ ਦੀ ਕੋਸ਼ਿਸ਼ ਕਰੋ। ਅਕਾਲ ਤਖਤ ਸਾਹਿਬ ਦਾ ਰੁਤਬਾ ਜਿਹੜਾ ਹੈ ਨਾ, ਉਹਨੂੰ ਸਮਝਣ ਦੀ ਕੋਸ਼ਿਸ਼ ਕਰੋ ਨਾ। ਠੀਕ ਨਹੀਂ, ਮੈਂ ਉਹੀ ਗੱਲ ਕਹਿ ਰਿਹਾ ਸਰ ਕਿ ਉਹ ਥੋੜਾ ਪ੍ਰੈਕਟੀਕਲ ਗੱਲ ਹੈ ਨਾ। ਮੈਂ ਤੁਹਾਡੇ ਕੋਲ ਵਾਪਸ ਆਉਣਾ, ਮੈਂ ਵਲਟੋਆ ਸਾਹਿਬ ਕੁਝ ਕਹਿਣਾ ਚਾਹ ਰਹੇ ਨੇ। ਸੁਖਦੇਵ ਜੀ ਔਰ ਸੋਢੀ ਸਾਹਿਬ ਥੋੜੀ ਜਿਹੀ ਵੇਟ ਕਰਿਓ। ਵਲਟੋਆ ਸਾਹਿਬ ਛੋਟਾ ਕਮੈਂਟ ਰੱਖਿਓ ਸਰ ਪਲੀਜ਼। ਹਾਂਜੀ, ਮੇਰੀ ਬੇਨਤੀ ਇੰਨੀ ਕਿ ਸੰਘੇੜਾ ਸਾਹਿਬ ਨੂੰ ਜੇ ਨਹੀਂ ਜਾਣਕਾਰੀ ਤੇ ਮੈਂ ਦੱਸਣਾ ਚਾਹੁੰਦਾ ਕਿ ਕਿਸੇ ਵੀ ਰਾਜਨੀਤਿਕ ਪਾਰਟੀ ਨੂੰ ਨਹੀਂ ਸੱਦਿਆ ਗਿਆ, ਇੱਥੋਂ ਤੱਕ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਵੀ ਨਹੀਂ ਸੱਦਿਆ ਗਿਆ। ਔਰ ਦੂਸਰੀ ਗੱਲ ਜਿਹੜੀ ਟਵੀਟਾਂ ਵਾਲੀ ਖੇਡ ਖੇਡਦੇ ਜੀ ਨਾ, ਕਦੀ ਗਵਰਨਰ ਦੇ ਨਾਲ ਟਵੀਟੀ ਤੇ ਕਦੀ ਕਿਸੇ ਨਾਲ ਟਵੀਟੀ ਵਾਲੇ ਕੰਮ ਨੇ ਤੁਹਾਨੂੰ ਲੈ ਬਹਿਣਾ ਜੀ। ਮੰਨੋ ਨਾ ਮੰਨੋ ਇਹ ਤੁਹਾਡੀ ਮਰਜ਼ੀ ਹੈ। ਅਸੀਂ ਤੇ ਤੁਹਾਨੂੰ ਆਪਣੇ ਤਜਰਬੇ ਚੋਂ ਕਹਿ ਸਕਦੇ ਹਾਂ, ਤਜਰਬਾ ਤੁਹਾਡੇ ਕੋਲ ਹੈ ਨਹੀਂ। ਸਰਕਾਰ ਲੋਕਾਂ ਨੇ ਬਣਾਤੀ, ਲੋਕਾਂ ਨੇ ਭੁਲੇਖੇ ਨਾਲ ਬਣਾਤੀ, ਧੋਖੇ ਨਾਲ ਬਣਾਤੀ, ਤੁਹਾਡੀਆਂ ਗੱਲਾਂ 'ਚ ਆ ਗਏ, ਅੱਜ ਪਛਤਾ ਰਹੇ ਨੇ। ਹਾਂਜੀ, ਇਸ ਕਰਕੇ ਸਾਡੀ ਹੱਥ ਬਣ ਕੇ ਬੇਨਤੀ, ਇਸ ਪਾਸੇ ਨਾ ਤੁਰੋ। ਟਵੀਟੀ ਦਾ ਕੋਈ ਫਾਇਦਾ ਨਹੀਂ ਜੀ। ਹਰੇਕ ਦਾ ਉਹਦਾ ਦਰਜਾ ਬਦਰਜਾ, ਉਹਦਾ ਮਾਣ ਸਤਿਕਾਰ ਕਰੋ। ਜੇ ਕਿਸੇ ਨਾਲ ਸੰਬੋਧਨ ਵੀ ਹੋਣਾ ਤੇ ਉਹਦਾ ਜਿਹੜਾ ਮਾਣ ਸਤਿਕਾਰ ਰੱਖ ਕੇ ਫਿਰ ਸੰਬੋਧਨ ਹੋਵੋ। ਤੁਸੀਂ ਤੇ ਮੋੜੇ ਹੋਰ ਚੰਦ ਚੜੀ ਠੀਕ ਹੈ, ਲਾਜ਼ਮੀ ਤੌਰ ਤੇ ਇਤਨੇ ਚਲਦੀਆਂ ਨੇ ਸਰਕਾਰਾਂ। ਠੀਕ ਹੈ, ਮੈਂ ਤੁਹਾਡੇ ਕੋਲ ਵਾਪਸ ਆਉਣਾ। ਮੈਂ ਇੱਕ ਵਾਰੀ ਸੁਖਦੇਵ ਜੀ ਦਾ ਰੁਖ ਕਰ ਲਵਾਂ। ਵਲਟੋਆ ਸਾਹਿਬ, ਸਮਾਂ ਬਹੁਤ ਪੂਰਾ ਹੋਏਗਾ ਇਸ ਤੋਂ ਬਾਅਦ ਆਪਣੇ ਕੋਲ। ਸੁਖਦੇਵ ਜੀ, ਗੱਲ ਸਿਆਸਤ ਦੀ ਵੀ ਹੋ ਰਹੀ ਹੈ, ਪਰ ਤੁਹਾਨੂੰ ਲੱਗਦਾ ਹੈ ਕਿ ਜੇਕਰ ਕਿਸੇ ਦੇ ਨਾਲ ਜੋੜ ਦਿੱਤਾ ਗਿਆ ਤਾਂ ਉਸ ਦੇ ਉੱਪਰ ਕਿੰਤੂ ਪਰੰਤੂ ਹੋਣਾ ਚਾਹੀਦਾ ਹੈ ਕਿ ਜੇ ਜਥੇਦਾਰ ਸਾਹਿਬ ਨੂੰ ਸੰਬੋਧਨ ਕੀਤਾ ਗਿਆ ਤਾਂ ਉਸ ਦੇ ਵਿੱਚ ਕੋਈ ਮਰਿਆਦਾ ਦੀਆਂ ਹੱਦਾਂ ਨੂੰ ਟੱਪ ਦਿੱਤਾ ਗਿਆ ਇਹਨਾਂ ਪੂਰੀਆਂ ਟਿੱਪਣੀਆਂ ਦੇ ਵਿਚਾਲੇ? ਦੇਖੋ ਗੌਰਵ ਜੀ, ਇਹ ਤਾਂ ਹੁਣ ਦੇਖੋ ਆਮ ਇੱਕ ਤੁਸੀਂ ਕਿ ਲੇਮੈਨ ਨੂੰ ਪੜ੍ਹਾ ਲਓ, ਉਹਦੇ ਚ ਹੋਈ ਤਾਂ ਰਾਜਨੀਤੀ ਹੋਈ। ਉਹ ਟਵੀਟ ਦੇ ਵਿੱਚ ਜਿਹੜਾ ਸੀਐਮ ਸਾਹਿਬ ਨੇ ਕੀਤਾ, ਹੁਣ ਅਸੀਂ ਉਹਨੂੰ ਅਸੀਂ ਸੰਵਾਦ ਮੰਨ ਲਈਏ। ਮੇਰੇ ਖਿਆਲ ਤੋਂ ਸੰਵਾਦ ਤਾਂ ਹੈ ਹੀ ਨਹੀਂ। ਜੇ ਮੇਰੇ ਖਿਆਲ ਚ ਐਡੇ ਸੁਲਝੇ ਹੋਏ ਬੰਦੇ, ਮੈਂ ਤਾਂ ਬੜਾ ਸਤਿਕਾਰ ਕਰਦਾ ਸੰਘੇੜਾ ਸਾਹਿਬ ਦਾ, ਅੱਜ ਦਾ ਨਹੀਂ ਪੁਰਾਣਾ। ਮੈਂ ਪੋਲੀਟੀਕਲ ਪਾਰਟੀ ਤੋਂ ਉੱਪਰ ਉੱਠ ਕੇ ਗੱਲ ਕਰਦਾ। ਉਹ ਇੱਕ ਇੰਟੈਲੈਕਚੁਅਲ ਨੇ, ਉਹ ਪੋਲੀਟੀਕਲ ਪਾਰਟੀ ਦੇ ਨੁਮਾਇੰਦੇ ਬਾਅਦ ਚ ਨੇ।
ਪਰ ਸੰਵਾਦ ਤਾਂ ਜਿਹੜਾ ਕੋ ਹੁੰਦਾ ਉਹਦਾ ਤਾਂ ਸੰਵਾਦ ਤਾਂ ਇੱਕ ਦੂਜੇ ਨਾਲ ਅਸੀਂ ਵਿਚਾਰਾਂ ਦਾ ਆਦਾਨ ਪ੍ਰਦਾਨ ਕਰਨਾ ਹੁੰਦਾ, ਤੋਹਮਤਬਾਜ਼ੀ ਨਹੀਂ ਹੁੰਦੀ। ਇਹਨੂੰ ਤੋਹਮਤਬਾਜ਼ੀ ਕਹਿੰਦੇ, ਇਹਨੂੰ ਸੰਵਾਦ ਨਹੀਂ ਕਹਿੰਦੇ। ਔਰ ਅਸੀਂ ਤਾਂ ਬੇਨਤੀ ਇਹੀ ਕਰਦੇ ਵੀ ਸੰਵਾਦ ਕਰਨਾ ਚਾਹੀਦਾ ਹੈ। ਔਰ ਜਿਹੜਾ ਸ਼ਬਦ ਵਰਤਿਆ ਜਿਹੜਾ ਸਾਹਿਬ ਨੇ ਬਿਲਕੁਲ ਠੀਕ ਹੈ। ਜੇ ਮੈਂ ਤਾਂ ਪਹਿਲਾਂ ਵੀ ਇਹੀ ਬੇਨਤੀ ਕੀਤੀ, ਜੇ ਸੰਵਾਦ ਆਪਣਾ ਸਰਕਾਰ ਪਹਿਲ ਕਰ ਲਵੇ, ਜਥੇਦਾਰ ਸਾਹਿਬ ਪਹਿਲ ਕਰ ਲੈਣ, ਅਸੀਂ ਤਾਂ ਦੋਨਾਂ ਨੂੰ ਹੀ ਬੇਨਤੀ ਕਰਦੇ ਹਾਂ ਵੀ ਇਹਨੂੰ ਆਪਾਂ ਕਨਫਰੰਟੇਸ਼ਨ ਚ ਨਾ ਪਈਏ। ਕਿਸੇ ਨੂੰ ਵੀ ਕੋਈ ਪਹਿਲ ਕਰ ਲੈਂਦਾ, ਸਿੱਖ ਕੌਮ ਦੇ ਵਿੱਚ ਉਹ ਨੀਵਾਂ ਨਹੀਂ ਗਿਣਿਆ ਜਾਂਦਾ, ਜਾਂ ਪੰਜਾਬੀ ਉਹਨੂੰ ਨੀਵਾਂ ਨਹੀਂ ਗਿਣਦੇ, ਉਹਦਾ ਸਤਿਕਾਰ ਹੋਰ ਵੱਧਦਾ ਹੈ। ਅਸੀਂ ਜੇ ਸੰਵਾਦ ਕਰ ਲਵਾਂਗੇ ਨਾ, ਸੰਵਾਦ ਦੇ ਵਿੱਚੋਂ ਹੱਲ ਨਿਕਲਣਾ ਹੈ, ਕਿਉਂਕਿ ਅਖੀਰ ਦੇ ਵਿੱਚ ਵੀ ਸੰਵਾਦ ਹੀ ਕਰਨਾ ਪੈਣਾ, ਕਿਉਂਕਿ ਜਦੋਂ ਵੀ ਕੋਈ ਮਸਲਿਆਂ ਦੇ ਹੱਲ ਹੋਣੇ ਆ ਉਹ ਟੇਬਲ ਟਾਕ ਤੇ ਹੋਣੇ, ਆਪਸ ਦੇ ਵਿੱਚ ਗੱਲ ਕਰਕੇ ਹੋਣੇ, ਆਪਸ ਵਿੱਚ ਸੰਵਾਦ ਕਰਕੇ ਹੋਣੇ ਆ। ਔਰ ਅਸੀਂ ਤਾਂ ਇਹੀ ਬੇਨਤੀ ਕਰਦੇ ਆ ਵੀ ਇਹੋ ਜਿਹੇ ਮਾਹੌਲ ਨੂੰ ਸ਼ਾਂਤ ਰੱਖਣ ਵਾਸਤੇ ਇਹ ਜਿਹੜਾ ਮਾਮਲਾ ਹੈਗਾ ਇਹਨੂੰ ਅਸੀਂ ਛੋਟਾ ਕਰਕੇ ਨਾ ਗਿਣੀਏ। ਇਹ ਸੰਵੇਦਨਸ਼ੀਲ ਹੈ। ਸਾਡੇ ਦੁਸ਼ਮਣ ਗੁਆਂਢੀ ਦੇਸ਼ ਸਾਡੇ ਤੇ ਅੱਖ ਰੱਖਦੇ ਆ, ਹਰ ਇਸ਼ੂ ਦੇ ਉੱਤੇ ਸਾਡੇ 'ਚ ਦਖਲ ਦਿੰਦੇ ਨੇ। ਅਸੀਂ ਇਹਨਾਂ ਤੋਂ ਬਚਣ ਲਈ ਸਾਨੂੰ ਜਿਹੜਾ ਹੈਗਾ ਘੱਟੋ ਘੱਟ ਆਪਦੇ ਵਿੱਚ ਅਸੀਂ ਐਡੇ ਬਖਰੇਵੇਂ ਨਾ ਖੜੇ ਕਰ ਲਈਏ ਜਿਨ੍ਹਾਂ ਨੂੰ ਮੁੜ ਕੇ ਇਕੱਠੇ ਕਰਨਾ ਔਖਾ ਹੋ ਜੇ। ਅਸੀਂ ਪਹਿਲੇ ਹੀ ਮਸਾ ਇਕੱਠਾ ਕੀਤਾ, ਅਸੀਂ ਬਹੁਤ ਸੰਤਾਪ ਝੱਲਿਆ। ਸਾਡੀ ਤਾਂ ਹੱਥ ਬੰਨ ਕੇ ਦੋਨਾਂ ਨੂੰ ਹੀ ਬੇਨਤੀ ਹੈ, ਜਥੇਦਾਰ ਸਾਹਿਬ ਨੂੰ ਵੀ ਅਸੀਂ ਬੇਨਤੀ ਕਰ ਸਕਦੇ ਹਾਂ। ਨਹੀਂ, ਤੁਹਾਨੂੰ ਲੱਗਦਾ ਕਿ ਐਸੀਆਂ ਟਿੱਪਣੀਆਂ ਦੇ ਨਾਲ ਕਿ ਕੋਈ ਦਿੱਕਤ ਹੋ ਸਕਦੀ ਹੈ ਪੰਜਾਬ ਦੇ ਵਿੱਚ, ਜਾਂ ਕੋਈ ਗਲਤ ਸੁਨੇਹਾ ਜਾ ਸਕਦਾ ਹੈ? ਮੈਂ ਕਹਿਣਾ ਗੌਰਵ ਜੀ, ਜਾਂਦਾ ਨਹੀਂ, ਮੈਸੇਜ ਗਿਆ ਥੱਲੇ। ਮੈਸੇਜ ਤੁਸੀਂ ਤਾਂ ਇਹ ਕਹਿਤਾ ਨਾ, ਇਹਨੂੰ ਅਸੀਂ ਬੜਾ ਘਟਾ ਕੇ ਦੇਖ ਰਹੇ ਹਾਂ। ਅਸੀਂ ਇਹ ਕਹਿਤਾ ਤਾਂ ਉਹਦੇ ਨਾਲ ਕੀ ਹੋ ਜੂ, ਉਹਦੇ ਨਾਲ ਕੀ ਹੋ ਜੂ, ਨਹੀਂ, ਥੱਲੇ ਮੈਸੇਜ ਜਾਂਦਾ ਹੈ। ਜਦੋਂ ਇਸ ਨਾਲ ਇਹ ਜਾਂਦਾ ਵੀ ਸਰਕਾਰ ਪਤਾ ਨਹੀਂ ਹੁਣ ਸਿੱਖਾਂ ਨਾਲ ਹੀ ਸਿੱਧੀ ਲੜਾਈ ਲੜਨ ਲੱਗੀ ਹੋਈ ਹੈ, ਇਹ ਨਾ ਕਰੀਏ। ਉਹਦੇ 'ਚ ਵਿਅਕਤੀ ਵਿਸ਼ੇਸ਼ਾਂ ਦਾ ਕਸੂਰ ਹੈਗਾ, ਕਾਲ ਤਖਤ ਦੇ ਵਿੱਚ ਉਹਨਾਂ ਦੇ ਕਸੂਰ ਰਹੇ ਨੇ, ਅਸੀਂ ਉਹਨਾਂ ਤੋਂ ਮੁੜਕਰ ਨਹੀਂ, ਅਸੀਂ ਇਹ ਸੀਐਮ ਸਾਹਿਬ ਦੀ ਗੱਲ ਤੋਂ ਵੀ ਮੁੜਕਰ ਨਹੀਂ ਰਹੇ ਨੇ। ਪਰ ਹੁਣ ਇਹ ਸਮਾਂ ਨਹੀਂ ਹੈ ਉਹਨਾਂ ਨੂੰ ਆਪਾਂ ਫਰੋਲੀਏ, ਉਹਨਾਂ ਨੂੰ ਫਰੋਲ ਕੇ ਉਹਦੇ ਤੇ ਰਾਜਨੀਤੀ ਕਰੀਏ। ਉਸ ਫਰੇਕ ਤੇ ਫਰੋਲ ਲਾਂਗੇ, ਖੁੱਲਾ ਸਮਾਂ ਸਾਡੇ ਕੋਲ ਫਰੋਲਣ ਵਾਸਤੇ। ਪਹਿਲਾਂ ਵੀ ਫਰੋਲਦੇ ਰਹੇ, ਫਿਰ ਵੀ ਫਰੋਲਣਾ। ਸੋਢੀ ਸਾਹਿਬ ਇੱਕ ਬਹੁਤ ਛੋਟੀ ਸਟੇਟਮੈਂਟ ਜੀ ਹੱਥ ਜੀ ਹੱਥ ਬਣ ਕੇ ਬੇਨਤੀ ਹੈ। ਸੋਢੀ ਸਾਹਿਬ, ਤੁਹਾਨੂੰ ਸੁਖਦੇਵ ਜੀ ਜਿਹੜਾ ਤਰਕ ਦੇ ਰਹੇ ਨੇ, ਦੇਖੋ ਲੋਕ ਇਹ ਵੀ ਸਮਝਣਾ ਚਾਹੁੰਦੇ ਨੇ ਕਿ ਜੇਕਰ ਸੀਐਮ ਨੇ ਕੋਈ ਟਿੱਪਣੀ ਕਰ ਦਿੱਤੀ ਜਾਂ ਜਥੇਦਾਰ ਸਾਹਿਬ ਨੇ ਉਸ ਦੇ ਉੱਤੇ ਪਲਟਵਾਰ ਕਰ ਦਿੱਤਾ ਜਾਂ ਤਕਰਾਰ ਹੋ ਰਹੀ ਹੈ, ਤਾਂ ਇਸ ਦਾ ਪੰਜਾਬ ਦੇ ਉੱਤੇ ਕਿਸ ਤਰੀਕੇ ਨਾਲ ਅਸਰ ਤੁਸੀਂ ਦੇਖ ਰਹੇ ਹੋ? ਤੁਹਾਨੂੰ ਲੱਗਦਾ ਕਿ ਨੌਜਵਾਨਾਂ ਦੇ ਉੱਤੇ ਕੋਈ ਗਲਤ ਇੰਪੈਕਟ ਪੈ ਸਕਦਾ ਹੈ ਜਾਂ ਕੋਈ ਸੁਨੇਹਾ ਜਾਂ ਅਸਰ ਹੋ ਸਕਦਾ ਹੈ? ਦੇਖੋ ਗੌਰਵ ਜੀ, ਗੱਲ ਇਸ ਤਰ੍ਹਾਂ ਹੈ, ਮੈਂ ਦੋ ਪੱਖਾਂ ਤੋਂ ਗੱਲ ਕਰੂੰਗਾ ਜੀ। ਆਮ ਆਦਮੀ ਪਾਰਟੀ ਦੇ ਜਿਹੜੇ ਚਲੋ ਸਾਡੇ ਸਾਰਿਆਂ ਦੀ ਮੁੱਖ ਮੰਤਰੀ ਨੇ ਪੰਜਾਬ ਦੇ, ਉਹ ਸੰਵਿਧਾਨਕ ਤੌਰ ਤੇ ਮੈਂ ਕਹਿੰਦਾ ਕਿ ਪੰਜਾਬ ਦੇ ਮੁਖੀ ਨੇ, ਲੇਕਿਨ ਉਸ ਤੋਂ ਵੀ ਉੱਤੇ ਜਿਹੜੀ ਇੱਕ ਧਾਰਮਿਕ ਸ਼ਖਸੀਅਤ ਤੌਰ ਤੇ ਜੋ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ, ਉਹਨਾਂ ਦਾ ਬਹੁਤ ਵੱਡਾ ਰੁਤਬਾ ਹੈ। ਲੇਕਿਨ ਪਤਾ ਨਹੀਂ ਜੇ ਸੰਵਿਧਾਨਕ ਤੌਰ ਤੇ ਗੱਲ ਕਰੀਏ ਤੇ ਜੇ ਗਵਰਨਰ ਸਾਹਿਬ ਨੇ ਕੋਈ ਜਾਣਕਾਰੀ ਪੁੱਛੀ ਤੇ ਉਦੋਂ ਵੀ ਮੁੱਖ ਮੰਤਰੀ ਸਾਹਿਬ ਨੇ ਜਵਾਬ ਦੇਣ ਦੀ ਬਜਾਏ ਟਵੀਟ ਕੀਤਾ, ਉਹ ਸੰਵਿਧਾਨਕ ਗੱਲ ਸੀ। ਲੇਕਿਨ ਅੱਜ ਜਿਹੜੀ ਇਹ ਟਵੀਟ ਵਾਲੀ ਗੱਲ ਹੈ, ਉਸ ਮਹਾਨ ਸ਼ਖਸੀਅਤ ਜਥੇਦਾਰ ਜੀ ਦਾ ਜਿਹੜਾ ਸਨਮਾਨ ਹੈ, ਉਹਦੀ ਗੱਲ ਪਹਿਲਾਂ ਵੀ ਹੋਈ ਹੈ, ਇਹਦੇ ਵਿੱਚ ਕੋਈ ਦੋ ਰਾਵਾਂ ਨਹੀਂ ਹੈ। ਲੇਕਿਨ ਜੇ ਉਹਨਾਂ ਨੂੰ ਇੱਕ ਵੱਡੇ ਐਡੇ ਰੁਤਬੇ ਤੇ ਬੈਠੇ ਹੋਏ ਜਥੇਦਾਰ ਸਾਹਿਬ ਨੂੰ ਟਵੀਟ ਕਰਕੇ ਜਵਾਬ ਦੇਣਾ, ਤੇ ਮੈਂ ਸਮਝਦਾ ਇਹਦੇ ਵਿੱਚ ਭਗਵੰਤ ਮਾਨ ਜੀ ਨੂੰ ਇਹ ਨਹੀਂ ਕਰਨਾ ਚਾਹੀਦਾ ਸੀ। ਕਿਉਂਕਿ ਜੇ ਭਗਵੰਤ ਮਾਨ ਜੀ ਅੱਜ ਪੰਜਾਬ ਦੇ ਨੌਜਵਾਨਾਂ ਦੇ ਫਿਕਰਮੰਦ ਨੇ, ਪੰਜਾਬ ਦੇ ਹਾਲਾਤਾਂ ਦੇ ਉੱਤੇ ਉਹ ਕਾਬੂ ਪਾਉਣਾ ਚਾਹੁੰਦੇ ਨੇ, ਤੇ ਮੈਂ ਸਮਝਦਾ ਹੈ ਕਿ ਇੱਕ ਧਾਰਮਿਕ ਆਗੂ ਵਜੋਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਜਿਹੜੇ ਹੈਗੇ ਨੇ, ਉਹਨਾਂ ਦਾ ਬਹੁਤ ਵੱਡਾ ਰੋਲ ਹੋ ਸਕਦਾ ਹੈ। ਤੇ ਹੱਕ ਇਹ ਬਣਦਾ ਸੀ ਕਿ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਉਹਨਾਂ ਕੋਲੇ ਚਲੇ ਜਾਂਦੇ, ਕਿਉਂਕਿ ਉਹਨਾਂ ਦਾ ਉੱਥੇ ਚਲੇ ਜਾਣਾ ਕੋਈ ਉਹਨਾਂ ਦਾ ਰੁਤਬਾ ਨਹੀਂ ਘਟਦਾ ਸੀ, ਉਹਨਾਂ ਦਾ ਰੁਤਬਾ ਹੀ ਵੱਧਦਾ ਸੀ। ਜਥੇਦਾਰ ਜੀ, ਸਾਨੂੰ ਸੁਝਾਅ ਦਿਓ, ਸਾਨੂੰ ਸੇਧ ਦਿਓ ਕਿ ਆਪਾਂ ਪੰਜਾਬ ਦੇ ਜਿਹੜੇ ਨੌਜਵਾਨ ਨੇ ਉਹਨਾਂ ਨੂੰ ਭੜਕਣ ਤੋਂ ਕਿਵੇਂ ਰੋਕਣਾ। ਔਰ ਜਿਹੜਾ ਤੁਸੀਂ ਬਿਆਨ ਦਿੱਤਾ 24 ਘੰਟਿਆਂ ਵਾਲਾ, ਉਹ ਅਸੀਂ ਵੀ ਜਾਣਦੇ ਹਾਂ ਕਿ 24 ਘੰਟਿਆਂ ਦੇ ਵਿੱਚ ਕਿਸੇ ਦੀ ਤਹਿਕੀਕਾਤ ਨਹੀਂ ਹੋ ਸਕਦੀ। ਅਸੀਂ ਜਿਹੜੇ ਬੇਕਸੂਰ ਨੌਜਵਾਨ ਹੈ ਉਹਨਾਂ ਨੂੰ ਅਸੀਂ ਛੱਡ ਰਹੇ ਹਾਂ। ਸੋ ਇਹਦੇ ਟਕਰਾਓ ਦੇ ਵਿੱਚ ਵਾਕਈ ਅਸਰ ਪੈਂਦਾ ਹੈ ਕਿ ਇੱਕ ਪਾਸੇ ਉਹ ਸ਼ਖਸੀਅਤ ਜਿਹਦੀ ਕਹੀ ਹੋਈ ਗੱਲ ਨੂੰ, ਮੈਂ ਕਹਿਣਾ ਕਿ ਚਾਹੇ ਪੰਜਾਬ ਦੇ ਵਿੱਚ ਰਹਿਣ ਵਾਲਾ ਕੋਈ ਵੀ ਹਿੰਦੂ ਹੈ ਚਾਹੇ ਸਿੱਖ ਹੈ, ਉਹਨੂੰ ਬੜੇ ਜਿਹੜਾ ਹੈਗਾ ਰੁਤਬੇ ਨੂੰ ਮਾਣ ਸਨਮਾਨ ਦਿੱਤਾ ਜਾਂਦਾ ਔਰ ਗੱਲ ਵੀ ਧਿਆਨ ਦਿੱਤਾ ਜਾਂਦਾ ਔਰ ਉਹਨਾਂ ਦੀ ਗੱਲ ਸੁਣੀ ਜਾਂਦੀ ਹੈ। ਸੋ ਇਹ ਤਕਰਾਰ ਨਹੀਂ ਪੈਣਾ ਚਾਹੀਦਾ। ਪੰਜਾਬ ਭਾਰਤੀ ਜਨਤਾ ਪਾਰਟੀ ਪੰਜਾਬ ਦੀ ਅਮਨ ਸ਼ਾਂਤੀ ਵਾਸਤੇ, ਪੰਜਾਬ ਦੀ ਏਕਤਾ ਵਾਸਤੇ ਅਸੀਂ ਹਮੇਸ਼ਾ ਤਤਪਰ ਹਾਂ।
ਅਸੀਂ ਅੱਜ ਵੀ ਕਹਿੰਦੇ ਆ ਕਿ ਜਿਹੜੇ ਠੀਕ। ਬੇਕਸੂਰ ਨੌਜਵਾਨ ਜੀ। ਨੇ ਉਹਨਾਂ ਨੂੰ ਜੇ ਸਿੰਗੜਾ ਸਾਹਿਬ ਸਰਕਾਰ ਇੱਕ ਛੱਡਦੀ ਨਹੀਂ ਛੋਟਾ ਜਿਹਾ ਹੈ, final ਜਿਹੜੇ comment ਰਹਿ ਗਏ ਉਹ ਚਾਹੀਏ। ਛੱਡ ਦਿੱਤੇ ਜਾਣ ਠੀਕ ਹੈ। ਔਰ ਜਿਹੜੇ ਦੇ ਉੱਤੇ ਕੋਈ ਦੋਸ਼ ਹੈ ਉਹਨਾਂ ਨੂੰ ਜੋ ਬਣਦੀ ਕਾਰਵਾਈ ਹੈ ਉਹ ਅਦਾਲਤ ਨੇ ਕਰਨੀ ਹੈ। ਠੀਕ ਹੈ ਸੰਗੜਾ ਸਾਹਿਬ, ਗੱਲ ਕੁੱਲ ਮਿਲਾ ਕੇ ਪੂਰੀ ਡਿਬੇਟ ਦੇ ਵਿੱਚ ਇਹੀ ਨਿਕਲ ਕੇ ਆ ਰਹੀ ਹੈ ਕਿ ਜੇ ਗੱਲਬਾਤ ਹੋ ਜਾਂਦੀ ਤਾਂ ਸ਼ਾਇਦ ਮਸਲੇ ਨੂੰ ਸੁਲਝਾਇਆ ਜਾਂਦਾ ਔਰ ਵਾਧਾ ਨਾ। ਪੁਆਇੰਟ ਨੰਬਰ 2, ਜੇਕਰ ਕੁਝ ਨੌਜਵਾਨ ਅਰੈਸਟ ਕੀਤੇ ਗਏ ਨੇ ਜਾਂ ਡਿਟੇਨ ਕੀਤੇ ਗਏ ਨੇ, ਉਸ ਨੂੰ ਲੈ ਕੇ ਵੀ ਪਿਕਚਰ ਕਲੀਅਰ ਕਰ ਦਿੱਤੀ ਜਾਂਦੀ ਜਾਂ ਕਰ ਦੇਣੀ ਚਾਹੀਦੀ ਹੈ। ਇਹੀ ਪੂਰਾ ਨਿਚੋੜ ਨਿਕਲ ਰਿਹਾ ਇਸ ਡਿਬੇਟ ਦਾ। ਗੌਰਵ ਸਾਹਿਬ, ਅਸੀਂ ਤਾਂ ਪਹਿਲੇ ਦਿਨ ਤੋਂ ਹੀ ਬੇਨਤੀ ਕਰ ਰਹੇ ਹਾਂ, ਮੈਂ ਹੁਣ ਫਿਰ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਕਹਿ ਰਿਹਾ ਹਾਂ ਜੀ ਕਿ ਧਰਮ ਨਿਰਪੱਖ ਪਾਰਟੀ ਦੀ ਸਰਕਾਰ ਹੈ। ਭਗਵੰਤ ਮਾਨ ਸਾਹਿਬ ਮੁੱਖ ਮੰਤਰੀ ਨੇ, ਜਿਹੜੇ ਸਾਰੇ ਕੰਮ ਨੂੰ ਬੜੇ ਸੁਚੱਜੇ ਤਰੀਕੇ ਨਾਲ ਚਲਾ ਰਹੇ ਨੇ। ਅਸੀਂ ਤਾਂ ਜਥੇਦਾਰ ਸਾਹਿਬ ਦੀ ਬਿਆਨ ਤੋਂ 24 ਘੰਟੇ ਦੇ ਬਿਆਨ ਤੋਂ ਅਲਟੀਮੇਟਮ ਤੋਂ ਪਹਿਲਾਂ ਹੀ ਪ੍ਰਕਿਰਿਆ ਸ਼ੁਰੂ ਕਰਤੀ ਆ। ਮੁੱਖ ਮੰਤਰੀ ਸਾਹਿਬ ਨੇ ਐਲਾਨ ਕਰਤਾ ਸੀਗਾ ਕਿ 197 ਬੱਚਿਆਂ ਨੂੰ ਛੱਡਿਆ ਜਾ ਰਿਹਾ ਔਰ ਜਿਨ੍ਹਾਂ ਤੇ ਛੋਟੇ-ਮੋਟੇ ਦੋਸ਼ ਨੇ, ਕੋਈ ਸੰਗੀਨ ਇਲਜ਼ਾਮ ਨਹੀਂ ਹੈ, ਉਹਨਾਂ ਨੂੰ ਨਾਲੋਂ ਨਾਲ ਛੱਡਿਆ ਜਾ ਰਿਹਾ ਹੈ। ਕਿਸੇ ਨਿਰਦੋਸ਼ ਨਾਲ ਕੋਈ ਵਧੀਕੀ ਨਹੀਂ ਹੋਵੇਗੀ ਤੇ ਅੱਗੇ ਤੋਂ ਵਚਨਬੱਧ ਹੈ ਸਰਕਾਰ, ਲੋਕਾਂ ਦੀ ਸਰਕਾਰ ਹੈ, ਲੋਕਾਂ ਨੇ 92 ਐਮਐਲਏ ਦਿੱਤੇ ਆ। ਚਲੋ ਠੀਕ ਹੈ ਸਰ, ਗੱਲ ਕੁੱਲ ਮਿਲਾ ਕੇ ਨਹੀਂ ਹੈਗੀ ਜੀ ਸਾਰੀਆਂ ਪਾਰਟੀਆਂ ਤੋਂ ਵੀ ਸਹਿਯੋਗ ਮੰਗਦੇ ਆ। ਠੀਕ ਹੈ ਸਰ, ਪਟੋਹਾ ਸਾਹਿਬ ਵਰਗੇ ਆਗੂ ਨੂੰ ਵੀ ਬੇਨਤੀ ਕਰੂੰਗਾ ਕਿ ਇਹਨਾਂ ਨੇ ਸਾਰੀ ਚੀਜ਼ ਨੂੰ ਨੇੜਿਓਂ ਦੇਖਿਆ ਆ। ਇਹਨਾਂ ਦੇ ਬੇਲੇ ਵੀ ਇਹਨਾਂ ਦੇ ਖੱਬੇ ਪਾਸੇ ਵਾਲੇ ਵੀ ਸ਼ਹੀਦ ਹੋ ਗਏ, ਸੱਜੇ ਪਾਸੇ ਵਾਲੇ ਵੀ ਸ਼ਹੀਦ ਹੋ ਗਏ। ਸਾਰੀਆਂ ਉਸੇ ਗੱਲ ਨੂੰ ਲੈ ਕੇ ਕਹਿ ਰਹੇ ਨੇ ਸਰ, ਐਨਐਸਏ ਨੂੰ ਲੈ ਕੇ ਇਸ ਕਰਕੇ ਹੀ ਸਵਾਲ ਚੁੱਕੇ ਜਾ ਰਹੇ ਨੇ। ਮੈਂ ਮਾਫੀ ਚਾਹੂੰਗਾ ਮੈਂ ਵਿਚਾਲੇ ਰੋਕ ਰਿਹਾ ਸਰ, ਮੇਰੇ ਕੋਲ ਸਮਾਂ ਖਤਮ ਹੋ ਚੱਲਿਆ। ਜੀ ਚਲੋ ਸ਼ੁਕਰੀਆ, ਬਹੁਤ ਧੰਨਵਾਦ ਸੰਘੇੜਾ ਸਾਹਿਬ ਤੁਹਾਡਾ ਵੀ, ਸੋਢੀ ਸਾਹਿਬ ਤੁਹਾਡਾ ਵੀ, ਸੁਖਦੇਵ ਜੀ ਤੁਹਾਡਾ ਵੀ ਔਰ ਬਲਟੋਆ ਸਾਹਿਬ ਤੁਹਾਡਾ ਵੀ ਧੰਨਵਾਦ। ਇੰਨਾ ਹੀ ਸਮਾਂ ਸੀ ਅੱਜ ਇਸ ਪੂਰੀ ਗੱਲਬਾਤ ਦੇ ਵਿੱਚ। ਖੈਰ ਗੱਲ ਸ਼ੁਰੂ ਕੀਤੀ ਸੀ ਆਪਾਂ ਤਕਰਾਰ ਤੋਂ, ਪਰ ਆਖਿਰ ਦੇ ਵਿੱਚ ਗੱਲ ਇਹ ਹੈ ਕਿ ਤਕਰਾਰ ਦੀ ਜਗ੍ਹਾ ਜੇਕਰ ਸੰਵਾਦ ਹੁੰਦਾ ਤਾਂ ਗੱਲ ਇੰਨੀ ਅੱਗੇ ਨਾ ਵਧਦੀ। ਹੁਣ ਸਵਾਲ ਤਾਂ ਇਹ ਵੀ ਹੈ ਕਿ ਜੇਕਰ ਇਹ ਸੰਵਾਦ ਹੁੰਦਾ ਤਾਂ ਕਿਹੜੇ ਲੈਵਲ ਤੇ ਹੋਣਾ ਚਾਹੀਦਾ ਸੀ, ਕਿ ਜਦੋਂ 24 ਘੰਟੇ ਦਾ ਅਲਟੀਮੇਟਮ ਦਿੱਤਾ ਗਿਆ ਸੰਵਾਦ ਉੱਥੇ ਹੀ ਹੋ ਸਕਦਾ ਸੀ। ਸਰਕਾਰ ਨੂੰ ਜਾਂ ਸਰਕਾਰ ਦੇ ਨੁਮਾਇੰਦਿਆਂ ਨੂੰ ਸੱਦ ਕੇ ਜਥੇਦਾਰ ਸਾਹਿਬ ਜਾਂ ਇਕੱਤਰਤਾ ਦੇ ਵਿੱਚ ਜੋ ਫੈਸਲਾ ਲਿਆ ਗਿਆ, ਜਾਂ ਸੰਵਾਦ ਸੀਐਮ ਦੇ ਵੱਲੋਂ ਜਿਹੜਾ ਟਵੀਟ ਕੀਤਾ ਗਿਆ ਉਸ ਪੁਆਇੰਟ ਦੇ ਉੱਤੇ ਵੀ ਹੋ ਸਕਦਾ ਸੀ। ਕਿ ਸੰਵਾਦ ਜਿਹੜਾ ਜਥੇਦਾਰ ਸਾਹਿਬ ਦੇ ਵੱਲੋਂ ਪਲਟਵਾਰ ਕੀਤਾ ਗਿਆ, ਕਿ ਸੰਵਾਦ ਉੱਥੇ ਵੀ ਹੋ ਸਕਦਾ ਸੀ। ਖੈਰ ਕਿਹਾ ਜਾਂਦਾ ਹੈ ਕਿ ਗੱਲਬਾਤ ਦੇ ਜ਼ਰੀਏ ਹੀ ਮਸਲੇ ਹੱਲ ਹੁੰਦੇ ਨੇ, ਤਕਰਾਰਾਂ ਦੇ ਜਾਂ ਵਾਰ ਦੇ ਜ਼ਰੀਏ ਨਹੀਂ। ਪਰ ਉਮੀਦ ਕਰਦੇ ਹਾਂ ਕਿ ਜਿਹੜਾ ਪੂਰਾ ਮਸਲਾ ਖੜਾ ਹੋਇਆ ਖਾਸ ਤੌਰ ਤੇ ਨੌਜਵਾਨਾਂ ਨੂੰ ਲੈ ਕੇ, ਉਸ ਦੇ ਉੱਤੇ ਪਿਕਚਰ ਕਲੀਅਰ ਹੋਏਗੀ ਔਰ ਜਲਦ ਤਕਰਾਰ ਵੀ ਖਤਮ ਹੋਏਗੀ। ਪ੍ਰਾਈਮ ਟਾਈਮ ਦੇ ਵਿੱਚ ਅੱਜ ਦੇ ਲਈ ਨਹੀਂ।